ਇੱਕ ਵਾਰ ਆਪ ਸਭ ਦਾ ਪ੍ਰਭੂ ਦੇ ਘਰ ਦੇ ਵਿੱਚ ਫਿਰ ਸਵਾਗਤ ਕਰਦੇ ਹਾਂ। ਕੈਲਗਰੀ ਪੰਜਾਬੀ ਕ੍ਰਿਸਚੀਅਨ ਚਰਚ ਆਨਲਾਈਨ ਸਰਵਿਸ ਨੈਕਸਟ ਵੀਕ ਖੁਦਾ ਦੇ ਘਰ ਦੇ ਵਿੱਚ ਵੀ ਹੋਵਾਂਗੇ ਔਰ ਆਨਲਾਈਨ ਵੀ ਹੋਵਾਂਗੇ। ਹਾਲੇਲੂਇਆ। God is good. We are so excited. And ਉਹੀ ਆ ਸਾਨੂੰ ਜਿਹੜਾ ਸਹੀ ਸਲਾਮਤ ਰੱਖਦਾ ਔਰ ਅੱਗੇ ਉਹੀ ਆ ਜਿਹੜਾ ਸਾਡੇ ਉੱਪਰ ਆਪਣਾ ਹੱਥ ਆਪਣੇ ਫੰਗਾਂ ਦੇ ਵਿੱਚ ਲੁਕੋ ਕੇ ਸਾਨੂੰ ਲੈ ਕੇ ਜਾਊਗਾ। ਸੋ ਇਹਨਾਂ ਦਿਨਾਂ ਦੇ ਵਿੱਚ ਅਸੀਂ ਪ੍ਰਭੂ ਦੇ ਵਚਨ ਦੇ ਵਿੱਚੋਂ ਸਿੱਖ ਰਹੇ ਹਾਂ, ਖਾਸ ਤੌਰ ਤੇ ਪਵਿੱਤਰ ਆਤਮਾ ਦੇ ਕੰਮ। ਬੁੱਕ ਆਫ ਐਕਟ ਦੇ ਵਿੱਚੋਂ ਅਸੀਂ ਦੇਖਦੇ ਹਾਂ ਪ੍ਰਭੂ ਯਿਸੂ ਮਸੀਹ ਨੇ ਚੇਲਿਆਂ ਦੇ ਨਾਲ ਉੱਪਰ ਉਠਾਏ ਜਾਣ ਤੋਂ ਪਹਿਲਾਂ ਇੱਕ ਵਾਅਦਾ ਕੀਤਾ ਸੀ ਔਰ ਉਹਨਾਂ ਨੂੰ ਇੱਕ ਹਦਾਇਤ ਵੀ ਦਿੱਤੀ ਸੀ। ਉਹਨਾਂ ਨੇ ਕੀ ਕਿਹਾ ਸੀਗਾ? ਐਕਟ 1:8 ਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ ਜਦੋਂ ਪਵਿੱਤਰ ਆਤਮਾ ਉਤਰੇਗਾ ਤਾਂ ਤੁਸੀਂ ਬਲ ਪ੍ਰਾਪਤ ਕਰੋਗੇ, ਸ਼ਕਤੀ ਪ੍ਰਾਪਤ ਕਰੋਗੇ। ਤਾਂ ਫਿਰ ਤੁਸੀਂ ਕੀ ਕਰੋਗੇ? ਸਾਰੇ ਯਰੂਸ਼ਲਮ ਵਿੱਚ, ਸਾਰੇ ਯਹੂਦੀਆ ਵਿੱਚ, ਸਾਰੇ ਸਾਮਰੀਆ ਵਿੱਚ ਅਤੇ ਧਰਤੀ ਦੀਆਂ ਅੰਤਮ ਹੱਦਾਂ ਤੱਕ ਮੇਰੇ ਸਾਖੀ ਹੋਵੋਗੇ, ਮੇਰੇ ਗਵਾਹ ਹੋਵੋਗੇ। ਔਰ ਅਸੀਂ ਦੇਖਦੇ ਹਾਂ, ਅਸੀਂ ਪਿਛਲੇ ਹਫ਼ਤਿਆਂ ਵਿੱਚ ਅਸੀਂ ਦੇਖਿਆ ਸੀ ਕਿ ਜਿਸ ਵੇਲੇ ਆਤਮਾ ਉਤਰਿਆ, ਕਿਸ ਤਰ੍ਹਾਂ ਆਤਮਾ ਨੇ ਪਤਰਸ ਦੇ ਮੂੰਹ ਦੇ ਵਿੱਚੋਂ ਸ਼ਬਦ ਪਾਏ ਔਰ ਕਿਸ ਤਰ੍ਹਾਂ ਬਹੁਤ ਸਾਰੇ ਲੋਕ 3000 ਦੀ ਗਿਣਤੀ ਵਿੱਚ ਜਿਹੜੇ ਸੀ ਉਹ ਪ੍ਰਭੂ ਦੇ ਕੋਲੇ ਆਏ ਔਰ ਫਿਰ ਚਰਚ ਦੇ ਵਿੱਚ ਕਿਸ ਤਰ੍ਹਾਂ ਮਿਲ ਕੇ ਉਹਨਾਂ ਨੇ ਸਾਂਝਾ ਜੀਵਨ ਗੁਜ਼ਾਰਨਾ ਸ਼ੁਰੂ ਕੀਤਾ। ਪਵਿੱਤਰ ਆਤਮਾ ਨੇ ਵਿਸ਼ਵਾਸੀਆਂ ਨੂੰ ਇੱਕ ਦਿਲ, ਇੱਕ ਮਨ ਕਰ ਦਿੱਤਾ। ਉਹਨਾਂ ਨੇ ਸਾਰਾ ਧਨ ਦੌਲਤ ਆਪਣਾ ਇਕੱਠਿਆਂ ਕਰ ਲਿਆ ਔਰ ਉਹਨਾਂ ਨੇ ਆਪਸ ਵਿੱਚ ਕੋਈ ਫਰਕ ਭੇਦ ਨਹੀਂ ਰੱਖਿਆ ਔਰ ਪਰਮੇਸ਼ਵਰ ਦੇ ਵਚਨ ਦੇ ਵਿੱਚ ਹਰ ਰੋਜ਼ ਪਰਮੇਸ਼ਵਰ ਦੀ ਸੰਗਤੀ ਵਿੱਚ ਬੈਠ ਕੇ ਉਹ ਵੱਧਦੇ ਰਹੇ। ਸੋ ਅੱਜ ਸਾਡੀ ਭੈਣ ਨੇ ਜੋ ਵਚਨ ਸਾਡੇ ਨਾਲ ਪੜ੍ਹਿਆ, ਅਸੀਂ ਇਸ ਦੇ ਵਿੱਚ ਦੇਖਾਂਗੇ ਕਿ ਪਰਮੇਸ਼ਵਰ ਜਿਹੜਾ ਹੈਗਾ ਉਸਦਾ ਆਤਮਾ ਜਿਹੜਾ ਹੈਗਾ ਉਹ ਕਿਸ ਤਰ੍ਹਾਂ ਕੰਮ ਕਰਦਾ ਹੈਗਾ। ਅੱਜ ਕਲੀਸਿਆ ਦੇ ਵਿੱਚ ਪਰਮੇਸ਼ਵਰ ਦਾ ਆਤਮਾ ਕਿਸ ਤਰ੍ਹਾਂ ਕੰਮ ਕਰਦਾ। ਅਰਲੀ ਚਰਚ ਵਿੱਚ ਅਸੀਂ ਦੇਖਦੇ ਹਾਂ ਕਿ ਪਰਮੇਸ਼ਵਰ ਦਾ ਆਤਮਾ ਦਿਨ ਬੇ ਦਿਨ ਲੋਕਾਂ ਨੂੰ ਡਰਾ ਕਰ ਰਿਹਾ ਸੀ। ਕਿਸ ਦੇ ਵੱਲ? ਚੇਲਿਆਂ ਵੱਲ ਕਿ ਯਿਸੂ ਮਸੀਹ ਦੇ ਵੱਲ? ਲੋਕ ਯਿਸੂ ਮਸੀਹ ਦੇ ਵੱਲ ਆ ਰਹੇ ਸੀ। ਹਰ ਇਵੈਂਟ ਦੇ ਉੱਪਰ ਉਹ ਯਿਸੂ ਮਸੀਹ ਨੂੰ ਪਤਰਸ ਦੇ ਮਨ ਦੇ ਵਿੱਚ ਯਿਸੂ ਮਸੀਹ ਦਾ ਨਾਮ ਜਿਹੜਾ ਪਾਉਂਦਾ ਸੀ ਔਰ ਉਹ ਦੱਸਦਾ ਸੀਗਾ ਕਿ ਯਿਸੂ ਮਸੀਹ ਹੀ ਜੀਵਨ ਆ ਜਿਹੜਾ ਪਰਮੇਸ਼ਵਰ ਨੇ ਸਾਨੂੰ ਦਿੱਤਾ ਔਰ ਉਸ ਦੀ ਮੌਤ ਦੇ ਬਾਰੇ, ਮੁਰਦਿਆਂ ਵਿੱਚੋਂ ਜੀ ਉੱਠਣ ਦੇ ਬਾਰੇ ਦੱਸਦਾ ਸੀਗਾ ਕਿ ਜਿਸ ਤਰ੍ਹਾਂ ਉਹ ਜੀ ਉੱਠਿਆ ਇਸੇ ਤਰ੍ਹਾਂ ਅਸੀਂ ਵੀ ਜੀ ਉੱਠਣਾ। ਸੋ ਅਸੀਂ ਖੁਦਾ ਦੇ ਵਚਨ ਦੇ ਵਿੱਚੋਂ ਦੇਖਦੇ ਹਾਂ ਕਿ ਦੀ ਹੋਲੀ ਸਪਿਰਿਟ ਡਰਾ ਅਟੈਂਸ਼ਨ ਟੂ ਦੀ ਸੇਵੀਅਰ। ਪਵਿੱਤਰ ਆਤਮਾ ਦਾ ਕੰਮ ਸੀਗਾ ਕਿ ਉਹ ਲੋਕਾਂ ਦੀ ਜਿਹੜੀ ਅਟੈਂਸ਼ਨ ਆ ਉਹਨੂੰ ਉਹ ਪ੍ਰਭੂ ਯਿਸੂ ਮਸੀਹ ਦੇ ਵੱਲ ਜਿਹੜਾ ਹੈਗਾ ਉਹ ਲੀਡ ਕਰੇ, ਨਾ ਕਿ ਡਿਸਾਈਪਲ ਦੇ ਵੱਲ। ਸੋ ਵਚਨ ਦੇ ਵਿੱਚੋਂ ਅਸੀਂ ਇੱਕ ਭਰਾ ਦੇਖਦੇ ਹੈਗੇ ਆ ਜੋ ਜਨਮ ਦਾ ਲੰਗਾ ਹੈਗਾ ਔਰ ਉਹ ਮੰਦਿਰ ਦੇ ਸੁੰਦਰ ਨਾਮ ਦੇ ਦਰਵਾਜ਼ੇ ਦੇ ਉੱਪਰ ਜਿਸ ਨੂੰ ਲੋਕ ਹਰ ਰੋਜ਼ ਉੱਥੇ ਬਿਠਾ ਜਾਂਦੇ ਆ ਕਿ ਉਹ ਆਪਣੀ ਜਿਹੜੀ ਮਿਹਨਤ ਹੈਗੀ ਆ, ਜੋ ਉਸਨੇ ਜ਼ਰੂਰਤ ਹੈਗੀ ਉਹ ਪੂਰਾ ਕਰ ਸਕੇ। ਉਸ ਸਮੇਂ ਉੱਥੇ ਕੋਈ ਮੈਡੀਕਲ ਸਿਸਟਮ ਨਹੀਂ ਸੀ ਜਿੱਦਾਂ ਅੱਜ ਸਾਡੇ ਮੈਡੀਕਲ ਹੈਲਪ ਗਵਰਨਮੈਂਟ ਵੱਲੋਂ ਮਿਲਦੀ ਆ, ਪਰ ਉਸ ਵੇਲੇ ਉਹਨਾਂ ਦੇ ਲਈ ਇਹ ਬੈਸਟ ਪਲੇਸ ਸੀਗੀ ਕਿ ਉਹ ਮੰਦਿਰ ਦੇ ਵਿੱਚ ਜਾ ਕੇ ਜਿਹੜਾ ਸੀ ਉਹ ਬੈਠਦੇ ਸੀ ਔਰ ਜਿਹੜੇ ਲੋਕ ਸੀ ਉਹ ਸ਼ਰਧਾ ਭਾਵਨਾ ਨਾਲ ਉਹਨਾਂ ਨੂੰ ਜਿਹੜਾ ਸੀਗਾ ਉਹ ਦਿੰਦੇ ਸੀਗੇ। ਸੋ ਇਨਸਾਨ ਦੀ ਨੀਡ ਅਸੀਂ ਦੇਖਦੇ ਹਾਂ, ਇਸ ਲੰਗੇ ਇਨਸਾਨ ਦੀ ਨੀਡ ਔਰ ਪਤਰਸ ਨੂੰ ਪਵਿੱਤਰ ਆਤਮਾ ਕਿਸ ਤਰ੍ਹਾਂ ਦੂਸਰੇ ਇਨਸਾਨਾਂ ਦੀ ਜਿਹੜੀ ਨੀਡ ਹੈਗੀ ਹੈ, ਸਪਿਰਿਚੁਅਲ ਨੀਡ ਹੈਗੀ, ਉਸ ਦੇ ਵੱਲ ਜਿਹੜਾ ਗਾਈਡ ਕਰਦਾ ਹੈਗਾ। ਸੋ ਅਸੀਂ ਦੋ ਨੀਡਸ ਦੇਖਦੇ ਹਾਂ, ਇੱਕ ਭਰਾ ਆਪਣਾ ਜਿਹੜਾ ਜਨਮ ਤੋਂ ਲੰਗਾ ਹੈਗਾ ਔਰ ਫਿਰ ਅਸੀਂ ਦੇਖਦੇ ਹਾਂ ਕਿ ਪਤਰਸ ਉਸ ਮੌਕੇ ਨੂੰ ਕਿਸ ਤਰ੍ਹਾਂ ਉਹਨਾਂ ਲੋਕਾਂ ਦੇ ਵੱਲ ਲੈ ਕੇ ਜਾਂਦਾ ਜਿਨ੍ਹਾਂ ਦੀ ਵੱਡੀ ਨੀਡ ਆ ਯਿਸੂ ਨਾਮ ਦੇ ਵਿੱਚ। ਔਰ ਅਸੀਂ ਇਹ ਵੀ ਦੇਖਿਆ ਵਚਨ ਦੇ ਵਿੱਚੋਂ ਕਿ ਪਤਰਸ ਨੇ ਉਸ ਨੂੰ ਕਿਹਾ ਕਿ ਸੋਨਾ ਚਾਂਦੀ ਤਾਂ ਮੇਰੇ ਕੋਲ ਨਹੀਂ ਹੈ, ਪਰ ਜੋ ਕੁਝ ਮੇਰੇ ਕੋਲ ਹੈ ਮੈਂ ਤੈਨੂੰ ਦਿੰਦਾ ਹਾਂ। ਨਾਸਰਤ ਨਿਵਾਸੀ ਯਿਸੂ ਮਸੀਹ ਦੇ ਨਾਮ ਉੱਤੇ ਚੱਲ ਫਿਰ। ਸੋ ਅਸੀਂ ਯਿਸੂ ਨਾਮ ਦੀ ਤਾਕਤ ਨੂੰ ਸਮਝਣਾ। ਯਿਸੂ ਜੀਸਸ ਜਿਹੜਾ ਸ਼ਬਦ ਹੈਗਾ ਉਸਦਾ ਮਤਲਬ ਹੈਗਾ ਸੇਵੀਅਰ, ਮੁਕਤੀਦਾਤਾ, ਪਰਮੇਸ਼ਵਰ ਜਿਹੜਾ ਬਚਾਉਣ ਵਾਲਾ। ਔਰ ਯਿਸੂ ਨਾਮ ਦੀ ਸ਼ਕਤੀ ਜਿਹੜੀ ਆ, ਅਸੀਂ ਐਕਟ ਉਸਦਾ ਦੂਸਰਾ ਭਾਗ ਉਸਦੀ 22 ਆਇਤ ਵਿੱਚ ਵੀ ਜਿਸ ਵੇਲੇ ਪਤਰਸ ਨੇ ਇਹ ਪ੍ਰਚਾਰ ਕੀਤਾ ਸੀ, ਪਹਿਲਾ ਸਰਮਨ ਜਿਹੜਾ ਚਰਚ ਦਾ ਸੀਗਾ,
ਉਸ ਦੇ ਵਿੱਚ ਪਤਰਸ ਨੇ ਆਖਿਆ ਸੀ, ਇਜ਼ਰਾਈਲੀ ਭਰਾਵੋ ਇਹ ਗੱਲ ਸੁਣੋ, ਪਰਮੇਸ਼ਵਰ ਨੇ ਨਾਸਰਤ ਦੇ ਰਹਿਣ ਵਾਲੇ ਯਿਸੂ ਨਾਮ ਦੇ ਮਨੁੱਖ ਨੂੰ ਸ਼ਕਤੀਸ਼ਾਲੀ ਕੰਮਾਂ, ਚਮਤਕਾਰਾਂ ਅਤੇ ਚਿੰਨ੍ਹਾਂ ਦੇ ਦੁਆਰਾ ਤੁਹਾਡੇ ਸਾਹਮਣੇ ਪ੍ਰਮਾਣਿਤ ਕੀਤਾ ਹੈ। ਇਹ ਪਰਮੇਸ਼ਵਰ ਨੇ ਯਿਸੂ ਦੇ ਰਾਹੀਂ ਤੁਹਾਡੇ ਵਿਚਕਾਰ ਹੀ ਕੀਤੇ ਸਨ ਅਤੇ ਇਹ ਤੁਸੀਂ ਆਪ ਇਹ ਜਾਣਦੇ ਹੋ। ਜੋ ਕੰਮ ਪਰਮੇਸ਼ਵਰ ਨੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਕੀਤੇ ਸੀ ਉਹ ਉਹਨਾਂ ਤੋਂ ਛੁਪੇ ਨਹੀਂ ਸੀ। ਔਰ ਅਸੀਂ ਦੇਖਿਆ ਕਿ ਪਸਾਹ ਦੇ ਤਿਉਹਾਰ ਤੇ ਜਦੋਂ ਪ੍ਰਭੂ ਯਿਸੂ ਮਸੀਹ ਨੂੰ ਸਲੀਬ ਦੇਣ ਤੋਂ ਪਹਿਲਾਂ ਲੋਕ ਪ੍ਰਭੂ ਯਿਸੂ ਮਸੀਹ ਨੂੰ ਦੇਖਣਾ ਮੰਗਦੇ ਸੀ, ਜਿਨ੍ਹਾਂ ਨੇ ਲਾਜ਼ਰ ਨੂੰ 4 ਦਿਨਾਂ ਦੇ ਕਬਰ 'ਚ ਪਏ ਨੂੰ ਜਿੰਦਾ ਕਰ ਦਿੱਤਾ ਸੀ। ਔਰ ਉਹਨਾਂ ਦੇ ਜਿਹੜੇ ਕੰਮ ਸੀਗੇ ਉਹ ਇਹ ਪ੍ਰੂਵ ਕਰਦੇ ਸੀ। ਔਰ ਲੋਕ ਵੀ ਕਹਿੰਦੇ ਸੀਗੇ ਕਿ ਇਹ ਕਿਸ ਤਰ੍ਹਾਂ ਹੋ ਸਕਦਾ, ਜੋ ਕੰਮ ਇਹਨਾਂ ਤੋਂ ਹੋ ਰਹੇ ਆ, ਅਗਰ ਪਰਮੇਸ਼ਵਰ ਇਹਨਾਂ ਦੇ ਨਾਲ ਨਹੀਂ ਤਾਂ ਇਹ ਇਸ ਤਰ੍ਹਾਂ ਦੇ ਕੰਮ ਕਿੱਦਾਂ ਕਰ ਸਕਦੇ ਆ। ਔਰ ਪਰਮੇਸ਼ਵਰ ਨੇ, ਪਤਰਸ ਉਹਨਾਂ ਨੂੰ ਕਹਿ ਰਿਹਾ ਕਿ ਪਰਮੇਸ਼ਵਰ ਨੇ ਪ੍ਰਮਾਣਿਤ ਕਰ ਦਿੱਤਾ ਯਿਸੂ ਮਸੀਹ ਦੇ ਨਾਮ ਦੇ ਵਿੱਚ ਔਰ ਯਿਸੂ ਮਸੀਹ ਦੇ ਰਾਹੀਂ ਜਿਹੜੇ ਕੰਮ ਹੋਏ ਆ। ਔਰ ਫਿਰ ਅਸੀਂ ਇਹ ਵੀ ਦੇਖਦੇ ਹਾਂ ਕਿ ਇੱਕ ਵਾਰ ਪ੍ਰਭੂ ਯਿਸੂ ਮਸੀਹ ਨੇ ਚੇਲਿਆਂ ਨੂੰ ਘੱਲਿਆ ਸੀਗਾ ਅਥਾਰਟੀ ਦੇ ਕੇ, ਅਧਿਕਾਰ ਦੇ ਕੇ। ਲੂਕਾ ਉਸਦਾ 10ਵਾਂ ਭਾਵ ਉਸਦੀ 17 ਆਇਤ ਵਿੱਚ 72 ਚੇਲੇ ਜਿਹੜੇ ਯਿਸੂ ਕੋਲ ਸੀ, ਜਦੋਂ ਮੁੜ ਕੇ ਆਏ ਤਾਂ ਉਹ ਬਹੁਤ ਖੁਸ਼ ਸਨ। ਉਹਨਾਂ ਯਿਸੂ ਨੂੰ ਦੱਸਿਆ, ਪ੍ਰਭੂ ਜੀ ਤੁਹਾਡੇ ਨਾਮ ਦੇ ਕਾਰਨ, ਪ੍ਰਭੂ ਜੀ ਤੁਹਾਡੇ ਨਾਮ ਦੇ ਕਾਰਨ ਭੂਤ ਵੀ ਸਾਡੀ ਮੰਨਦੇ ਹਨ। It's not because of who we are, it's not because how spiritual we are, it's because of the name Jesus, ਯਿਸੂ ਨਾਮ। ਔਰ ਉਹ ਕਹਿੰਦੇ ਯਿਸੂ ਨਾਮ ਦੇ ਕਰਕੇ ਭੂਤ ਵੀ ਜਿਹੜੀ ਆ ਉਹ ਸਾਡੀ ਮੰਨਦੇ ਆ। ਮੇਰੇ ਨਾਲ ਅਗਰ ਤੁਹਾਡੇ ਕੋਲੇ ਬਾਈਬਲਸ ਹੈਗੀਆਂ, ਐਕਟ ਚੈਪਟਰ 19, ਚੇਲਿਆਂ ਦੇ ਕਰਤੱਵ ਉਸਦਾ 19ਵਾਂ ਭਾਵ, ਨਵੇਂ ਨੇਮ ਦੇ ਵਿੱਚ ਪਿਛਲੇ ਪਾਸਿਓਂ ਅਗਰ ਤੁਹਾਡੇ ਕੋਲੇ ਪੰਜਾਬੀ ਦੀ ਬਾਈਬਲ ਆ ਤਾਂ ਪੇਜ 245, ਐਕਟ ਚੈਪਟਰ 19 ਵਰਸ 13 to 15 ਅਸੀਂ ਦੇਖਾਂਗੇ। ਯਿਸੂ ਨਾਮ ਦੇ ਉੱਪਰ ਅਸੀਂ ਦੇਖਦੇ ਪਏ ਹਾਂ ਕਿ ਯਿਸੂ ਨਾਮ ਦੇ ਵਿੱਚ ਜਿਹੜੀ ਸ਼ਕਤੀ ਹੈਗੀ ਆ ਉਹ ਅਸੀਂ ਇਹਨਾਂ ਹਿੱਸਿਆਂ ਦੇ ਵਿੱਚ ਦੇਖਦੇ ਹਾਂ। ਐਕਟ ਚੈਪਟਰ 19 ਵਰਸ 13 to 15, ਕੁਝ ਯਹੂਦੀ ਜਿਹੜੇ ਇੱਧਰ ਉੱਧਰ ਫਿਰ ਕੇ ਭੂਤਾਂ ਨੂੰ ਕੱਢਣ ਦਾ ਕੰਮ ਕਰਦੇ ਸਨ, ਉਹਨਾਂ ਕੋਸ਼ਿਸ਼ ਕੀਤੀ ਕਿ ਅਸ਼ੁੱਧ ਆਤਮਾਵਾਂ ਦੇ ਚੁੰਬੜੇ ਲੋਕਾਂ ਤੇ ਪ੍ਰਭੂ ਯਿਸੂ ਦਾ ਨਾਮ ਵਰਤਣ। ਉਹ ਕਹਿੰਦੇ ਸਨ, ਮੈਂ ਯਿਸੂ ਦੇ ਨਾਮ ਤੇ ਤੈਨੂੰ ਆਗਿਆ ਦਿੰਦਾ ਹਾਂ, ਜਿਸ ਦਾ ਪ੍ਰਚਾਰ ਪੌਲਸ ਕਰਦਾ ਹੈ। ਸਕੇਵਾ ਨਾਮ ਦੇ ਯਹੂਦੀ ਮਹਾਪੁਰੋਹਿਤ ਦੇ 7 ਪੁੱਤਰ ਇਸ ਤਰ੍ਹਾਂ ਕਰਦੇ ਸਨ। ਪਰ ਅਸ਼ੁੱਧ ਆਤਮਾ ਨੇ ਉਹਨਾਂ ਨੂੰ ਉੱਤਰ ਦਿੱਤਾ, ਯਿਸੂ ਨੂੰ ਮੈਂ ਜਾਣਦੀ ਹਾਂ, ਪੌਲਸ ਨੂੰ ਵੀ ਪਛਾਣਦੀ ਹਾਂ, ਪਰ ਤੁਸੀਂ ਕੌਣ ਹੋ? ਪਰ ਤੁਸੀਂ ਕੌਣ ਹੋ? ਚਰਚ, ਅਸੀਂ ਕੌਣ ਹਾਂ? ਅਸੀਂ ਪਰਮੇਸ਼ਵਰ ਦੀ ਚੁਣੀ ਹੋਈ ਸੰਤਾਨ ਹਾਂ। ਪਰਮੇਸ਼ਵਰ ਨੇ ਸਾਨੂੰ ਅਧਿਕਾਰ ਦਿੱਤਾ। ਪਰਮੇਸ਼ਵਰ ਨੇ ਉਹ ਨਾਮ ਜੋ ਸਾਰਿਆਂ ਨਾਮਾਂ ਤੋਂ ਉੱਚਾ ਯਿਸੂ ਨਾਮ, ਉਹ ਸਾਨੂੰ ਦਿੱਤਾ। ਔਰ ਮੈਂ ਜਾਣਦਾ ਕਿ ਸਾਡੇ ਵਿੱਚੋਂ ਇੱਕ ਵੀ ਜਨ ਐਸਾ ਨਹੀਂ ਇੱਥੇ ਜਿਹੜਾ ਕਵੇ ਕਿ ਮੈਂ ਆਪਣੇ ਗਿਆਨ ਦੇ ਨਾਲ ਯਿਸੂ ਨਾਮ ਹਾਸਲ ਕੀਤਾ, ਮੈਂ ਆਪਣੀ ਭਗਤੀ ਦੇ ਨਾਲ ਯਿਸੂ ਨਾਮ ਹਾਸਲ ਕੀਤਾ। ਅਸੀਂ ਸਾਰੇ ਜਾਣਦੇ ਹਾਂ ਕਿ ਪਰਮੇਸ਼ਵਰ ਨੇ ਯਿਸੂ ਨਾਮ ਸਾਡੇ ਤੇ ਰਿਵੀਲ ਕੀਤਾ। ਉਸਨੇ ਸਾਨੂੰ ਹਨੇਰੇ ਤੋਂ ਕੱਢ ਕੇ ਚਾਨਣ 'ਚ ਲੈ ਕੇ ਆਂਦਾ। ਉਸਨੇ ਸਾਨੂੰ ਵਿਸ਼ਵਾਸ ਦੀ ਦਾਤ ਦਿੱਤੀ। ਔਰ ਅੱਜ ਉਸ ਯਿਸੂ ਨਾਮ ਦੇ ਵਿੱਚ ਅਸੀਂ ਆਪਣੇ ਜੀਵਨਾਂ ਦੇ ਵਿੱਚ ਹਜ਼ਾਰਾਂ ਗੁਣਾ ਜਿਹੜੀ ਤਬਦੀਲੀ ਆ ਉਹ ਦੇਖਦੇ ਹਾਂ, ਕਿਉਂਕਿ ਇਸ ਸਾਲ ਬਿਕਾਸ ਆਫ ਜੀਸਸ। ਤੋ ਯਿਸੂ ਨਾਮ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਜਿਹੜੀਆਂ ਅਸ਼ੁੱਧ ਆਤਮਾਵਾਂ ਸੀਗੀਆਂ ਉਹ ਵੀ ਪਹਿਚਾਨਦੀਆਂ ਸੀ ਔਰ ਉਹ ਜਾਣਦੀਆਂ ਸੀਗੀਆਂ। ਔਰ ਅੱਜ ਅਸੀਂ ਭੈਣ ਨੇ ਐਕਟ ਚੈਪਟਰ 3 ਵਰਸ 1 to 10 ਪੜ੍ਹੇ ਆ, ਪਰ ਅਸੀਂ ਥੋੜਾ ਜਿਹਾ ਉਸ ਤੋਂ ਅੱਗੇ ਵੀ ਜਾਵਾਂਗੇ। ਚੈਪਟਰ 3 and 4 ਦੇ ਵਿੱਚ ਅਸੀਂ ਯਿਸੂ ਨਾਮ ਦੀ ਸ਼ਕਤੀ ਨੂੰ ਦੇਖਾਂਗੇ। ਔਰ ਨਾਲ ਹੀ ਮੈਂ ਤੁਹਾਨੂੰ ਦੱਸਦਾ ਕਿ ਜਿਸ ਤਰ੍ਹਾਂ ਅਸੀਂ ਪਿਛਲੇ ਹਫ਼ਤੇ ਦੇਖਿਆ ਸੀ ਕਿ ਪਤਰਸ ਦਾ ਪਹਿਲਾ ਸਰਮਨ, ਅਰਲੀ ਚਰਚ ਦਾ ਪਹਿਲਾ ਸਰਮਨ, ਔਰ ਅੱਜ ਅਸੀਂ ਦੇਖ ਰਹੇ ਹਾਂ ਅਰਲੀ ਚਰਚ ਦਾ ਪਹਿਲਾ ਚਮਤਕਾਰ, ਹੀਲਿੰਗ ਜਿਹੜੀ ਹੋਈ ਆ। ਇਹ ਪਹਿਲਾ ਚਮਤਕਾਰ ਸੀ ਅਰਲੀ ਚਰਚ ਦੇ ਵਿੱਚ ਜਿਹੜਾ ਅਸੀਂ ਦੇਖਦੇ ਹਾਂ ਵਚਨ ਦੇ ਵਿੱਚ ਇੱਥੇ। ਔਰ ਉਹ ਅਸੀਂ ਇਹ ਵੀ ਦੇਖਦੇ ਹਾਂ ਕਿ ਪ੍ਰਭੂ ਯਿਸੂ ਮਸੀਹ ਨੇ ਜੋ ਚਮਤਕਾਰ ਕੀਤੇ ਸੀ, ਉਹਨਾਂ ਨੇ ਉਹ ਚਮਤਕਾਰ ਹੁਣ ਚੇਲਿਆਂ ਨੂੰ ਅੱਗੇ ਚੁਣ ਕੇ ਉਹਨਾਂ ਨੂੰ ਅਧਿਕਾਰ ਦੇ ਕੇ ਕਹਿ ਦਿੱਤਾ ਕਿ ਜਿਸ ਤਰ੍ਹਾਂ ਪਿਤਾ ਨੇ ਮੈਨੂੰ ਘੱਲਿਆ ਹੈ, ਹੁਣ ਮੈਂ ਤੁਹਾਨੂੰ ਘੱਲਦਾ।
ਇਸ ਵੇਲੇ ਪ੍ਰਭੂ ਯਿਸੂ ਮਸੀਹ ਦੇ ਹੱਥ ਤੇ ਪੈਰ ਜਿਹੜੇ ਹੈਗੇ ਆ ਉਹ ਚੇਲੇ ਆ, ਔਰ ਉਹ ਕੰਮ ਜਿਹੜੇ ਪ੍ਰਭੂ ਯਿਸੂ ਮਸੀਹ ਨੇ ਕੀਤੇ ਸੀ ਇਸ ਵੇਲੇ ਉਹ ਚੇਲਿਆਂ ਦੇ ਰਾਹੀਂ ਹੋ ਰਹੇ ਆ। ਔਰ ਚੇਲਿਆਂ ਤੋਂ ਬਾਅਦ ਪਰਮੇਸ਼ਵਰ ਦੇ ਚੁਣੇ ਹੋਏ ਸਮੇਂ ਦੇ ਮੁਤਾਬਕ ਇਸ ਵੇਲੇ ਅਸੀਂ ਉਸ ਸਮੇਂ ਦੇ ਵਿੱਚ ਲੰਘ ਰਹੇ ਹਾਂ ਜਿਸ ਵੇਲੇ ਅਸੀਂ ਆਪਣੇ ਪ੍ਰਭੂ ਦੇ ਹੱਥ ਤੇ ਪੈਰ ਆ। ਉਹ ਕੰਮ ਜਿਹੜੇ ਆ ਪ੍ਰਭੂ ਦੇ ਸਾਡੇ ਜੀਵਨਾਂ ਦੇ ਰਾਹੀਂ ਹੋ ਰਹੇ ਆ, ਜੀਵਨ ਬਦਲੇ ਜਾ ਰਹੇ ਆ, ਜ਼ਿੰਦਗੀਆਂ, ਜਿਸ ਤਰ੍ਹਾਂ ਪਾਸਟਰ ਜੀ ਕਹਿੰਦੇ ਹੁੰਦੇ ਆ ਕਿ ਜਦੋਂ ਮੈਂ ਤੁਹਾਡੇ ਬਦਲੇ ਹੋਏ ਜੀਵਨਾਂ ਨੂੰ ਸੁਣਦਾ ਤਾਂ ਮੇਰਾ ਮਨ ਪ੍ਰਭੂ ਦਾ ਸ਼ੁਕਰਗੁਜ਼ਾਰ ਹੋ ਜਾਂਦਾ, ਧੰਨਵਾਦ ਕਰਦਾ। ਔਰ ਇਸੇ ਤਰ੍ਹਾਂ ਅਸੀਂ ਜਦੋਂ ਪ੍ਰਭੂ ਦੇ ਬਦਲੇ ਹੋਏ ਜੀਵਨਾਂ ਨੂੰ ਦੇਖਦੇ ਹਾਂ, ਜਦੋਂ ਅਸੀਂ ਲੋਕਾਂ ਕੋਲ ਯਿਸੂ ਨਾਮ ਲੈ ਕੇ ਜਾਂਦੇ ਹਾਂ ਔਰ ਉਹਨਾਂ ਦੇ ਜੀਵਨ ਬਦਲ ਜਾਂਦੇ ਆ, ਤਾਂ ਅਸੀਂ ਵੀ ਆਪਣੇ ਪਰਮੇਸ਼ਵਰ ਦੀ ਜਿਹੜੀ ਹੈਗੀ ਆ ਉਹ ਵਡਿਆਈ ਕਰਦੇ ਆ। ਜੀਸਸ ਇਜ਼ ਸਟਿਲ ਵਰਕਿੰਗ। ਪ੍ਰਭੂ ਯਿਸੂ ਅੱਜ ਵੀ ਆਪਣੇ ਲੋਕਾਂ ਦੇ ਰਾਹੀਂ ਉਸੇ ਤਰ੍ਹਾਂ ਕੰਮ ਕਰ ਰਹੇ ਆ। ਔਰ ਫਿਰ ਤੋਂ ਅਸੀਂ ਵਾਪਸ ਆਉਂਦੇ ਆ ਉਸ ਲੰਗੇ ਆਦਮੀ ਦੀ ਜਿਹੜੀ ਹਾਲਤ ਹੈਗੀ ਆ, ਉਸਦੀ ਹਾਲਤ ਦੇਖੋ ਕਿ ਜਨਮ ਤੋਂ ਉਹ ਜਿਹੜਾ ਹੈਗਾ ਲੰਗਾ ਹੈਗਾ, ਔਰ ਉਹ ਹਰ ਰੋਜ਼ ਲੋਕ ਉਸ ਨੂੰ ਲਿਆ ਕੇ ਮੰਦਿਰ ਦੇ ਬੂਹੇ ਮੂਹਰੇ ਛੱਡ ਜਾਂਦੇ ਸੀ, ਔਰ ਹਰ ਰੋਜ਼ ਉਸ ਨੂੰ ਲੋਕਾਂ ਦੇ ਉੱਪਰ ਡਿਪੈਂਡ ਕਰਨਾ ਪੈਂਦਾ ਸੀ ਆਪਣੀ ਨੀਡ ਦੇ ਲਈ, ਭੀਖ ਮੰਗਣੀ ਪੈਂਦੀ ਸੀਗੀ, ਕੋਈ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਮੈਡੀਕਲ ਹੈਲਪ ਨਹੀਂ ਸੀਗੀ। ਔਰ ਪਰਮੇਸ਼ਵਰ ਦਾ ਚੁਣਿਆ ਹੋਇਆ ਸਮਾਂ ਆਇਆ ਜਿਸ ਵੇਲੇ ਮੈਂ ਮੈਡੀਟੇਟ ਕਰ ਰਿਹਾ ਸੀ, ਮੈਂ ਸੋਚ ਰਿਹਾ ਸੀ ਕਿ ਉਹ ਹਰ ਰੋਜ਼ ਉੱਥੇ ਬੈਠਦਾ ਸੀ, ਚੇਲੇ ਉੱਥੋਂ ਪਹਿਲਾਂ ਵੀ ਜਾਂਦੇ ਸੀ, ਪ੍ਰਭੂ ਯਿਸੂ ਮਸੀਹ ਵੀ ਉੱਥੇ ਪਹਿਲਾਂ ਜਾਂਦੇ ਸੀ, ਪਰ ਡੂ ਵੀ ਬਲੀਵ ਕਿ ਇੱਕ ਸਮਾਂ ਹੁੰਦਾ ਪਰਮੇਸ਼ਵਰ ਦਾ ਚੁਣਿਆ ਹੋਇਆ। ਅੱਜ ਉਹ ਸਮਾਂ ਸੀ ਜੋ ਪਰਮੇਸ਼ਵਰ ਨੇ ਚੁਣਿਆ ਸੀ, ਉਸ ਦੇ ਰਾਹੀਂ ਨਾ ਪਰਮੇਸ਼ਵਰ ਨੇ ਉਸਨੂੰ ਸ਼ਿਫਾ ਦੇਣੀ ਸੀ, ਬਲਕਿ ਪਰਮੇਸ਼ਵਰ ਨੇ ਜਿਹੜਾ ਸੀਗਾ ਇੱਕ ਵੱਡਾ ਕੰਮ ਜਿਹੜਾ ਸੀਗਾ ਉਹ ਕਰਨਾ ਸੀ। ਐਂਡ ਵੀ ਵੁੱਡ ਸੇ ਡਿਵਾਈਨ ਅਪਾਇੰਟਮੈਂਟ ਸੀਗੀ ਇਹ, ਜਿਹੜਾ ਅੱਜ ਦਾ ਉਸਦਾ ਦਿਨ ਸੀਗਾ। ਔਰ ਉਹ ਪਤਰਸ ਤੇ ਯਹੂਨਾ ਦੇ ਵੱਲ ਬੜੀ ਉਮੀਦ ਦੇ ਨਾਲ ਦੇਖਦਾ ਹੈਗਾ। ਔਰ ਫਿਰ ਪਤਰਸ ਤੇ ਯਹੂਨਾ ਜਿਹੜੇ ਆ ਉਸਨੂੰ 6ਵੀਂ ਭਾਵ ਵਿੱਚ ਪਤਰਸ ਕਹਿੰਦਾ ਕਿ ਸੋਨਾ ਚਾਂਦੀ ਤਾਂ ਮੇਰੇ ਕੋਲ ਹੈ ਨਹੀਂ, ਪਰ ਜੋ ਕੁਝ ਮੇਰੇ ਕੋਲ ਹੈ ਮੈਂ ਤੈਨੂੰ ਦਿੰਦਾ ਹਾਂ, ਨਾਸਰਤ ਨਿਵਾਸੀ ਯਿਸੂ ਮਸੀਹ ਦੇ ਨਾਮ ਉੱਤੇ ਚੱਲ ਫਿਰ। ਔਰ ਫਿਰ ਪਤਰਸ ਨੇ ਉਸਦਾ ਸੱਜਾ ਹੱਥ ਫੜ ਕੇ ਉਸਨੂੰ ਖੜਾ ਕੀਤਾ, ਉਸੇ ਵੇਲੇ ਉਸਦੇ ਪੈਰਾਂ ਅਤੇ ਗੋਡਿਆਂ ਵਿੱਚ ਤਾਕਤ ਆ ਗਈ, ਉਹ ਇੱਕਦਮ ਛਾਲ ਮਾਰ ਕੇ ਉੱਠਿਆ ਤੇ ਚੱਲਣ ਫਿਰਨ ਲੱਗਾ। ਫਿਰ ਉਹ ਉਹਨਾਂ ਦੇ ਨਾਲ ਮੰਦਿਰ ਵਿੱਚ ਚੱਲਦਾ, ਉਛਲਦਾ ਅਤੇ ਪਤਰਸ ਅਤੇ ਯਹੂਨਾ ਦੀ ਵਡਿਆਈ ਕਰਦਾ ਹੋਇਆ ਗਿਆ। ਏਦਾਂ ਲਿਖਿਆ ਵਚਨ ਚ ਲਿਖਿਆ ਕਿ ਉਹ ਚੱਲਦਾ, ਉਛਲਦਾ ਅਤੇ ਪਰਮੇਸ਼ਵਰ ਦੀ ਵਡਿਆਈ ਕਰਦਾ ਹੋਇਆ ਗਿਆ। All the glory goes to God। ਵਡਿਆਈ ਇੱਥੇ ਕਿਸ ਦੀ ਹੋ ਰਹੀ ਆ? ਪਰਮੇਸ਼ਵਰ ਦੀ ਹੋ ਰਹੀ ਆ, ਨਾ ਕਿ ਪਤਰਸ ਔਰ ਯਹੂਨਾ ਦੀ। ਔਰ ਸਾਰੇ ਲੋਕਾਂ ਨੂੰ ਉਸਨੂੰ ਚੱਲਦੇ ਅਤੇ ਪਰਮੇਸ਼ਵਰ ਦੀ ਵਡਿਆਈ ਕਰਦੇ ਹੋਏ ਦੇਖ ਕੇ ਪਛਾਣ ਲਿਆ ਕਿ ਇਹ ਉਹ ਹੀ ਮੰਗਤਾ ਹੈ ਜਿਹੜਾ ਮੰਦਿਰ ਦੇ ਸੁੰਦਰ ਦੁਆਰ ਤੇ ਬੈਠਾ ਹੁੰਦਾ ਸੀ। ਜਿਸ ਵੇਲੇ ਯਿਸੂ ਕਿਸੇ ਦਾ ਜੀਵਨ ਬਦਲਦਾ ਤੇ ਫਿਰ ਜਿਹੜੇ ਲੋਕ ਹੁੰਦੇ ਆ ਉਹ ਦੇਖਦੇ ਆ ਕਿ ਇਸ ਦੇ ਜੀਵਨ ਨੂੰ ਬਦਲਣ ਵਾਲਾ ਕੌਣ, ਕਿਸਨੇ ਇਸ ਦੇ ਜੀਵਨ ਨੂੰ ਬਦਲ ਦਿੱਤਾ। ਔਰ ਜਿਹੜੇ ਹਿਊਮਨਸ ਹੈਗੇ ਆ ਇਹ ਬਹੁਤ ਨੋਰਮਲ ਆ ਕਿ ਇਹਨਾਂ ਦਾ ਧਿਆਨ ਉਹਨਾਂ ਮਨੁੱਖਾਂ ਤੇ ਚਲਿਆ ਜਾਂਦਾ ਜਿਹੜੇ ਪਰਮੇਸ਼ਵਰ ਦੇ ਘੱਲੇ ਹੋਏ ਅੱਗੇ ਲੋਕ ਹੁੰਦੇ ਆ। ਔਰ ਲੋਕ ਜਿਹੜੇ ਹੈਗੇ ਆ ਉਹ ਖੁਦ ਪਰਮੇਸ਼ਵਰ ਦੇ ਲੋਕਾਂ ਨੂੰ ਜਿਹੜੀ ਪਰਮੇਸ਼ਵਰ ਦੀ ਜਗ੍ਹਾ ਦੇਣੀ ਸ਼ੁਰੂ ਕਰ ਦਿੰਦੇ ਆ। ਔਰ ਲੋਕਾਂ ਨੇ ਜਿਹੜਾ ਇਕੱਠ ਹੈਗਾ ਉਹ ਲੋਕਾਂ ਦੀਆਂ ਜਿਹੜੀਆਂ ਅੱਖਾਂ ਹੈਗੀਆਂ ਉਹ ਪਤਰਸ ਔਰ ਯਹੂਨਾ ਦੇ ਉੱਪਰ ਲੱਗ ਗਈਆਂ। ਇੱਕ ਇਨਸਾਨ ਹੀਲ ਹੋ ਗਿਆ, ਸ਼ਿਫਾ ਪਾ ਲਈ ਉਸਨੇ, ਔਰ ਉਸਦੇ ਨਾਲ ਬਹੁਤ ਸਾਰੇ ਲੋਕਾਂ ਨੇ ਉਸਦੇ ਜੀਵਨ ਦੇ ਵਿੱਚ ਜਦੋਂ ਇਹ ਦੇਖਿਆ ਤਾਂ ਫਿਰ ਅਸੀਂ 11ਵੀਂ ਆਇਤ ਵਿੱਚ ਦੇਖਦੇ ਹਾਂ ਕਿ ਉਹ ਆਦਮੀ ਪਤਰਸ ਅਤੇ ਯਹੂਨਾ ਦੇ ਪਿੱਛੇ ਲੱਗਾ ਰਿਹਾ। ਇਸ ਲਈ ਸਾਰੀ ਹੱਕੀ ਬੱਕੀ ਜਨਤਾ ਉਹਨਾਂ ਦੇ ਵੱਲ ਦੌੜੀ ਅਤੇ ਸੁਲੇਮਾਨ ਦੀ ਦਿਉੜੀ ਵਿੱਚ ਆ ਗਈ। ਇਸ ਉੱਤੇ ਪਤਰਸ ਨੇ ਲੋਕਾਂ ਨੂੰ ਕਿਹਾ, ਇਜ਼ਰਾਇਲੀ ਭਰਾਵੋ, ਤੁਸੀਂ ਇਸ ਉੱਤੇ ਕਿਉਂ ਹੈਰਾਨ ਹੋ ਅਤੇ ਕਿਉਂ ਸਾਡੇ ਵੱਲ ਦੇਖ ਰਹੇ ਹੋ, ਜਿਵੇਂ ਅਸੀਂ ਆਪਣੀ ਹੀ ਸ਼ਕਤੀ ਅਤੇ ਭਗਤੀ ਨਾਲ ਇਸ ਨੂੰ ਚੱਲਦਿਆਂ ਫਿਰਦਾ ਕਰ ਦਿੱਤਾ ਹੈ। ਪਤਰਸ ਇਹ ਗੱਲ ਉਹਨਾਂ ਨੂੰ ਦੇਖੋ ਓਪਨਲੀ ਕਲੀਅਰ ਕਰਦਾ ਪਿਆ ਕਿ ਤੁਸੀਂ ਸਾਡੇ ਵੱਲ ਕਿਉਂ ਦੇਖ ਰਹੇ ਹੋ। ਹੁਣ ਪਤਰਸ ਉਹਨਾਂ ਦੀ ਅਸਲੀ ਨੀਡ ਜਿਹੜੀ ਹੈਗੀ ਆ ਉਹਨਾਂ ਨੂੰ ਉਹ ਦਿਖਾ ਰਿਹਾ ਕਿ ਜਿਹੜੀ ਅਸਲੀ ਨੀਡ ਹੈਗੀ ਆ ਉਹ ਸਿਵਾਏ ਯਿਸੂ ਤੋਂ ਕੋਈ ਹੋਰ ਪੂਰੀ ਨਹੀਂ ਕਰ ਸਕਦਾ।
ਇੱਕ ਇਨਸਾਨ ਯਿਸੂ ਨਾਮ ਦੇ ਵਿੱਚ ਜਿਹੜਾ ਕਦੇ ਤੁਰਿਆ ਨਹੀਂ ਸੀ, ਉਹ ਚੱਲਣ ਲੱਗ ਗਿਆ। ਔਰ ਇਸ ਤੋਂ ਵੱਧ ਕੇ ਪ੍ਰਭੂ ਨੇ ਜਿਸ ਵੇਲੇ ਇੱਕ ਵਾਰ ਪਾਪ ਮਾਫ ਕੀਤੇ ਸੀ 38 ਸਾਲਾਂ ਦੀ ਇਨਸਾਨ ਦੀ, ਔਰ ਉਹ ਜਦੋਂ ਲੋਕਾਂ ਨੇ ਕਿਹਾ ਕਿ ਇਹ ਕੌਣ ਆ ਜਿਹੜਾ ਪਾਪ ਮਾਫ ਕਰ ਸਕਦਾ, ਤਾਂ ਪ੍ਰਭੂ ਨੇ ਉਸਨੂੰ ਕਿਹਾ ਸੀਗਾ ਕਿ ਜਦੋਂ ਮੈਂ ਉਸਨੂੰ ਕਿਹਾ ਉੱਠ ਤੇ ਚੱਲ ਫਿਰ, ਤੇ ਉਹ ਕਹਿੰਦੇ ਫਰੀਸੀਆਂ ਨੂੰ ਕਹਿੰਦੇ ਕਿ ਕੀ ਹੈਗਾ ਠੀਕ, ਅਗਰ ਇਹ ਜੇ ਮੈਂ ਕਹਿੰਦਾ ਪਾਪ ਮਾਫ ਹੋਏ ਉਹ, ਕਿ ਜੇ ਮੈਂ ਇਸਨੂੰ ਕਹਿੰਦਾ ਚੱਲ ਤੇ ਉੱਠ ਫਿਰ। ਤੇ ਜਦੋਂ ਉਸਨੂੰ ਕਿਹਾ ਚੱਲ ਤੇ ਉੱਠ ਫਿਰ, ਤੇ ਉਹ ਚੱਲ ਪਿਆ। ਕਹਿੰਦੇ ਪ੍ਰਭੂ ਕਹਿੰਦੇ ਇਸ ਤੋਂ ਜਾਣ ਲਵੋ ਕਿ ਮੈਨੂੰ ਪਾਪ ਮਾਫ ਕਰਨ ਦਾ ਵੀ ਅਧਿਕਾਰ ਹੈਗਾ। ਔਰ ਪ੍ਰਭੂ ਇਸ ਵੇਲੇ ਪਤਰਸ ਜਿਹੜੀ ਉਹ ਚੀਜ਼ ਉਹਨਾਂ ਨੂੰ ਦੱਸ ਰਿਹਾ ਕਿ ਦੇਖੋ ਯਿਸੂ ਦੇ ਨਾਮ ਦੇ ਵਿੱਚ ਠੀਕ ਹੋਇਆ। ਇੱਕ ਤੁਸੀਂ ਸਾਡੇ ਵੱਲ ਨਾ ਦੇਖੋ, ਸਾਡੀ ਆਪਣੀ ਕੋਈ ਸ਼ਕਤੀ ਨਹੀਂ, ਸਾਡੀ ਆਪਣੀ ਕੋਈ ਭਗਤੀ ਨਹੀਂ। ਪਰ ਫਿਰ ਉਹ 13ਵੀਂ ਆਇਤ ਵਿੱਚ ਕਹਿੰਦਾ ਇਬਰਾਹਿਮ, ਇਸਹਾਕ, ਯਕੂਬ ਅਤੇ ਸਾਡੇ ਪੁਰਖਿਆਂ ਦੇ ਪਰਮੇਸ਼ਵਰ ਨੇ ਆਪਣੇ ਦਾਸ ਯਿਸੂ ਨੂੰ ਵਡਿਆਇਆ ਹੈ। ਹੁਣ ਉਹ ਉਹਨਾਂ ਨੂੰ ਇਹ ਵੀ ਦਿਖਾ ਰਿਹਾ ਕਿ ਯਿਸੂ ਮਸੀਹ ਜਿਹੜਾ ਹੈਗਾ ਉਹ ਕਿਸ ਕਾਰਨ ਕਰਕੇ ਫੜਿਆ ਗਿਆ, ਕਿਸ ਕਾਰਨ ਕਰਕੇ ਮਾਰਿਆ ਗਿਆ। ਔਰ ਉਹ ਜਿਸ ਵੇਲੇ ਪਵਿੱਤਰ ਆਤਮਾ ਜਿਹੜਾ ਕੰਮ ਕਰਦਾ, ਉਹ ਲੋਕਾਂ ਨੂੰ ਕਨਵਿਕਟ ਕਰਦਾ। ਜਿਸ ਵੇਲੇ ਪਰਮੇਸ਼ਵਰ ਦੇ ਆਤਮਾ ਨੇ ਮੈਨੂੰ ਕਨਵਿਕਟ ਕੀਤਾ, ਤਾਂ ਜ਼ਰੂਰੀ ਸੀ, ਮੈਂ ਸੋਚਦਾ ਸੀ ਕਿ ਮੈਂ ਪਰਫੈਕਟ ਇਨਸਾਨ ਹਾਂ, ਮੈਂ ਆਪਣੀ ਜ਼ਿੰਦਗੀ 'ਚ ਕਦੇ ਗੁਨਾਹ ਨਹੀਂ ਕੀਤਾ। ਪਰ ਜਿਸ ਵੇਲੇ ਪਵਿੱਤਰ ਆਤਮਾ ਦਾ ਕੰਮ ਮੇਰੇ ਜੀਵਨ 'ਚ ਹੋਇਆ, ਤਾਂ ਉਸਨੇ ਰਿਵੀਲ ਕੀਤਾ ਮੇਰੇ ਤੇ ਉੱਪਰ ਇੱਕ ਤਰ੍ਹਾਂ ਦੀ, ਜਿਸ ਤਰ੍ਹਾਂ ਮੂਵੀ ਚੱਲਦੀ ਹੁੰਦੀ ਆ ਟੀਵੀ ਦੇ ਉੱਪਰ, ਮੇਰੇ ਬਚਪਨ ਤੋਂ ਲੈ ਕੇ ਜਿਹੜੇ ਮੈਂ ਕੰਮ ਐਸੇ ਕੀਤੇ ਸੀ, ਜਿਸਦਾ ਪਿਕਚਰ ਚੱਲਦੀ ਹੁੰਦੀ, ਉਹ ਮੇਰੇ ਅੱਗੇ ਏਦਾਂ ਮੇਰੇ ਮਨ ਦੇ ਵਿੱਚ ਪਰਮੇਸ਼ਵਰ ਨੇ ਚਲਾਈ। ਔਰ ਮੈਂ ਗੋਡਿਆਂ ਭਾਰ ਹੋ ਕੇ ਮੈਂ ਕਿਹਾ ਹਾਂ ਪ੍ਰਭੂ ਮੈਨੂੰ ਮਾਫ ਕਰ, ਮੈਂ ਬਹੁਤ ਪਾਪ ਕੀਤੇ ਆ। ਐਂਡ ਦੈਟ ਵਰਕ ਵਾਸ ਡਨ ਬਾਈ ਦਾ ਸਪਿਰਿਟ ਆਫ ਗਾਡ। ਪਰਮੇਸ਼ਵਰ ਦੇ ਪਵਿੱਤਰ ਆਤਮਾ ਦੇ ਦੁਆਰਾ ਉਹ ਕੰਮ ਮੇਰੇ ਜੀਵਨ 'ਚ ਹੋਇਆ ਸੀ, ਕਿਸੇ ਇਨਸਾਨ ਦੀ ਪ੍ਰੀਚਿੰਗ ਦੇ ਨਾਲ ਨਹੀਂ ਹੋਇਆ। ਉਹ ਡਿਵਾਈਨ ਟਾਈਮ ਸੀ ਕਿ ਉਸ ਸਮੇਂ ਉਹ ਜਿਹੜਾ ਪ੍ਰੀਚਰ ਸੀਗਾ ਉਹ ਦੱਸ ਰਿਹਾ ਸੀ, ਔਰ ਸੇਮ ਟਾਈਮ ਜਿਹੜਾ ਪਰਮੇਸ਼ਵਰ ਦਾ ਆਤਮਾ ਸੀ ਉਹ ਮੇਰੇ ਜੀਵਨ ਵਿੱਚ ਰਿਵੀਲ ਕਰ ਰਿਹਾ ਸੀ ਕਿ ਦੇਖ ਤੇਰੀ ਨੀਡ। ਔਰ ਇੱਥੇ ਪਤਰਸ ਜਿਹੜਾ ਹੈਗਾ, ਉਹ ਪਵਿੱਤਰ ਆਤਮਾ ਪਤਰਸ ਦੇ ਮੂੰਹ ਦੇ ਵਿੱਚ ਸ਼ਬਦ ਪਾ ਰਿਹਾ, ਔਰ ਉਹਨਾਂ ਲੋਕਾਂ ਦੇ ਦਿਲਾਂ ਨਾਲ ਵੀ ਸੇਮ ਟਾਈਮ ਜਿਹੜੀ ਆ ਉਹ ਗੱਲ ਹੋ ਰਹੀ ਆ। ਔਰ ਪਤਰਸ ਉਹਨਾਂ ਨੂੰ ਕਹਿ ਰਿਹਾ ਕਿ ਤੁਸੀਂ ਉਸ ਨੂੰ ਵੈਰੀਆਂ ਦੇ ਹੱਥੀਂ ਫੜਵਾ ਦਿੱਤਾ ਅਤੇ ਪਿਲਾਤੂਸ ਦੇ ਸਾਹਮਣੇ ਉਸ ਨੂੰ ਰੱਦਿਆ। ਜਦੋਂ ਕਿ ਪਿਲਾਤੂਸ ਨੇ ਉਸ ਨੂੰ ਛੱਡਣ ਦਾ ਫੈਸਲਾ ਕੀਤਾ ਸੀ, ਤਾਂ ਤੁਸੀਂ ਪਵਿੱਤਰ ਅਤੇ ਧਰਮੀ ਨੂੰ ਰੱਦ ਦਿੱਤਾ ਤੇ ਇੱਕ ਕਾਤਲ ਨੂੰ ਛੱਡ ਦੇਣ ਦੀ ਮੰਗ ਕੀਤੀ। ਰਿਮੈਂਬਰ, ਜਦੋਂ ਉਹਨਾਂ ਨੇ ਕਿਹਾ ਸੀ ਕਿ ਬਰਅਬਾ ਨੂੰ ਛੱਡ ਦਿਓ, ਹੁਣ ਉਸ ਨੂੰ ਛੱਡ ਦੇਵੋ, ਉਹ ਗੁਨਾਹਗਾਰ ਸੀ। ਔਰ ਪਿਲਾਤੂਸ ਕਹਿ ਰਿਹਾ ਕਿ ਮੈਂ ਇਸ ਦੇ ਵਿੱਚ ਕੋਈ ਦੋਸ਼ ਨਹੀਂ ਦੇਖਿਆ, ਪਰ ਇਹਨਾਂ ਨੇ ਉੱਚੀ ਉੱਚੀ ਚਲਾਉਣਾ ਸ਼ੁਰੂ ਕਰ ਦਿੱਤਾ, ਨਹੀਂ ਜੀ ਇਸ ਨੂੰ ਸਲੀਬ ਦਿਓ, ਇਸ ਨੂੰ ਸਲੀਬ ਦਿਓ। ਔਰ ਪਤਰਸ ਉਹਨਾਂ ਨੂੰ ਯਾਦ ਕਰਾ ਰਿਹਾ ਕਿ ਦੇਖੋ ਉਸ ਵੇਲੇ ਤੁਸੀਂ ਇਹ ਸਾਰੀ ਗੱਲ ਤੁਸੀਂ ਰੌਲਾ ਪਾ ਕੇ ਕੀਤੀ ਸੀ, ਤਾਂ ਤੁਸੀਂ ਪਵਿੱਤਰ ਅਤੇ ਧਰਮੀ ਨੂੰ ਰੱਦ ਦਿੱਤਾ ਤੇ ਇੱਕ ਕਾਤਲ ਨੂੰ ਛੱਡ ਦੇਣ ਦੀ ਮੰਗ ਕੀਤੀ। ਇਸ ਤਰ੍ਹਾਂ ਤੁਸੀਂ ਉਸ ਨੂੰ ਮਾਰ ਦਿੱਤਾ ਜੋ ਜੀਵਨ ਦਾ ਮੁੱਢ ਹੈ, ਪਰ ਪਰਮੇਸ਼ਵਰ ਨੇ ਉਸ ਨੂੰ ਫਿਰ ਮੁਰਦਿਆਂ ਵਿੱਚੋਂ ਜਿੰਦਾ ਕਰ ਦਿੱਤਾ, ਜਿਸ ਦੇ ਅਸੀਂ ਗਵਾਹ ਹਾਂ। ਪਰ ਦੇਖੋ 16ਵੀਂ ਆਇਤ ਵਿੱਚ ਉਹ ਕਹਿੰਦੇ ਯਿਸੂ ਦੇ ਨਾਮ ਤੇ ਉਸ ਵਿਸ਼ਵਾਸ ਦੇ ਦੁਆਰਾ, ਯਿਸੂ ਦੇ ਨਾਮ ਤੇ ਉਸ ਵਿਸ਼ਵਾਸ ਦੇ ਦੁਆਰਾ ਜਿਹੜਾ ਉਸਦੇ ਨਾਮ ਦੇ ਉੱਤੇ ਹੈ, ਇਸ ਆਦਮੀ ਨੂੰ ਜਿਸ ਨੂੰ ਤੁਸੀਂ ਦੇਖਦੇ ਅਤੇ ਜਾਣਦੇ ਹੋ ਸ਼ਕਤੀ ਮਿਲੀ ਹੈ। ਅਗੇਨ ਅੱਗੇ ਕੀ ਹੋ ਰਿਹਾ, ਦ ਨੇਮ ਅਬਵ ਐਵਰੀ ਨੇਮ, ਸਾਰਿਆਂ ਤੋਂ ਉੱਚਾ ਨਾਮ ਯਿਸੂ ਨਾਮ ਜੋ ਫਰਿਸ਼ਤਿਆਂ ਨੇ ਦਿੱਤਾ। ਔਰ ਉਹ ਕਹਿੰਦੇ ਕਿ ਅਗਰ ਇਸ ਨੂੰ ਸ਼ਕਤੀ ਮਿਲੀ ਆ ਤਾਂ ਉਸ ਨਾਮ ਦੇ ਦੁਆਰਾ, ਜੋ ਵਿਸ਼ਵਾਸ ਯਿਸੂ ਦੁਆਰਾ ਮਿਲਦਾ ਹੈ, ਉਸਨੇ ਤੁਹਾਡੇ ਸਾਰਿਆਂ ਦੇ ਸਾਹਮਣੇ ਇਸ ਨੂੰ ਪੂਰਨ ਨਰੋਇਆ ਕਰ ਦਿੱਤਾ ਹੈ। ਐਸਾ ਚਮਤਕਾਰ ਜਿਹੜਾ ਸੀ ਉਹਨਾਂ ਨੇ ਯਿਸੂ ਮਸੀਹ ਨੂੰ ਤਾਂ ਕਰਦੇ ਦੇਖਿਆ ਸੀ, ਪਰ ਅੱਜ ਉਹ ਐਸਾ ਚਮਤਕਾਰ ਚੇਲਿਆਂ ਨੂੰ ਕਰਦੇ ਦੇਖਦੇ ਪਏ ਆ, ਔਰ ਉਹ ਵੰਡਰ ਕਰਦੇ ਪਏ ਆ ਕਿ ਇਸ ਤਰ੍ਹਾਂ ਦਾ ਕੰਮ ਪਹਿਲਾਂ ਕਦੇ ਨਹੀਂ ਹੋਇਆ। ਪਰ ਦੂਸਰੇ ਪਾਸੇ ਉਹਨਾਂ ਨੂੰ ਇਹ ਆ ਕਿ ਯਿਸੂ ਨੂੰ ਤਾਂ ਮਾਰ ਦਿੱਤਾ ਸੀਗਾ, ਪਰ ਹੁਣ ਇਹ ਉਹ ਕੰਮ ਕਰਨ ਲੱਗ ਗਿਆ ਤੇ ਫਿਰ ਲੋਕਾਂ ਨੇ ਯਿਸੂ ਨਾਮ ਦੇ ਪਿੱਛੇ ਲੱਗ ਜਾਣਾ। ਪਰ ਪਰਮੇਸ਼ਵਰ ਚਾਹੁੰਦਾ ਕਿ ਯਿਸੂ ਨਾਮ ਦੁਨੀਆ ਦੇ ਕੋਨੇ-ਕੋਨੇ ਦੇ ਵਿੱਚ ਜਾਵੇ। ਪਰਮੇਸ਼ਵਰ ਚਾਹੁੰਦਾ ਕਿ ਹਰ ਇੱਕ ਇਨਸਾਨ ਜਿਸ ਦੇ ਲਈ ਪ੍ਰਭੂ ਯਿਸੂ ਨੇ ਆਪਣੀ ਜਾਨ ਦਿੱਤੀ ਆ, ਉਹ ਉਸ ਨੂੰ ਆਪਣੇ ਜੀਵਨ ਦੇ ਵਿੱਚ ਲੈ ਲਵੇ ਔਰ ਆਪਣੀ ਮੁਕਤੀ ਜਿਹੜੀ ਆ ਉਹ ਲੈ ਲਵੇ। ਔਰ ਇਸੇ ਕਰਕੇ ਫਿਰ ਪਤਰਸ ਨੇ 17ਵੀਂ ਆਇਤ ਵਿੱਚ ਉਹਨਾਂ ਨੂੰ ਪਹਿਲਾਂ ਤਾਂ ਸੇਮ ਟਾਈਮ ਉਹਨਾਂ ਨੂੰ ਦੱਸਿਆ ਕਿ ਗੁਨਾਹ ਕੀ ਆ। ਪਰ ਮੈਂ ਸੋਚਦਾ ਕਿ ਯਿਸੂ ਮਸੀਹ ਉਹਨਾਂ ਦੇ ਲਈ ਨਹੀਂ, ਜਿਸ ਵੇਲੇ ਮੈਨੂੰ ਪ੍ਰਭੂ ਨੇ ਮੇਰੇ ਗੁਨਾਹ ਦਿਖਾਏ, ਤਾਂ ਮੈਂ ਕਿਹਾ ਪ੍ਰਭੂ ਤੂੰ ਮੇਰੇ ਲਈ ਆਇਆ,
ਸੱਚਮੁੱਚ ਖੁਦਾਵੰਦ ਮੇਰੇ ਪਾਪਾ ਨੇ ਤੈਨੂੰ ਸਲੀਬ ਤੇ ਲੈ ਕੇ ਗਏ। ਔਰ ਜਦੋਂ ਅਸੀਂ ਉਸ ਨੂੰ ਪਰਸਨਲ ਤੌਰ ਤੇ ਇਹ ਕਹਿੰਦੇ ਕਿ ਹਾਂ ਪ੍ਰਭੂ, ਮੇਰੇ ਪਾਪਾ ਦੀ ਖਾਤਰ ਤੁਸੀਂ ਸਲੀਬ ਸਹੀ ਪ੍ਰਭੂ, ਤੁਸੀਂ ਮੇਰੇ ਕਰਕੇ ਧਰਤੀ ਤੇ ਆਏ। ਪਰ ਮੈਂ ਇਕਰਾਰ ਕਰਦਾ, ਮੈਂ ਮੰਨਦਾ ਕਿ ਖੁਦਾਵੰਦ ਉਹ ਸਜ਼ਾ ਜਿਹੜੀ ਮੈਨੂੰ ਸਹਿਣੀ ਪੈਣੀ ਸੀ, ਤੁਸੀਂ ਸਹੀ ਆ, ਪਰ ਤੁਸੀਂ ਮੈਨੂੰ ਮਾਫ ਕਰਨਾ ਮੰਗਦੇ ਆ। ਤਾਂ ਖੁਦਾਵੰਦ ਸਾਨੂੰ ਮਾਫ ਵੀ ਕਰਦਾ। ਔਰ ਫਿਰ ਵਚਨ ਦੇ ਵਿੱਚ ਲਿਖਿਆ ਪਹਿਲਾ ਯਹੂਨਾ 'ਚ ਕਿ ਸਾਨੂੰ ਸਾਰੀ ਅਸ਼ੁੱਧਤਾ ਤੋਂ ਸ਼ੁੱਧ ਵੀ ਕਰਦਾ। ਉਹ ਇਸ ਸੰਬੰਧੀ ਪੂਰਨ ਭਰੋਸੇਯੋਗ ਤੇ ਨਿਆਂ ਕਰਨ ਵਾਲਾ। ਔਰ ਫਿਰ ਪਤਰਸ ਨੇ ਉਹਨਾਂ ਨੂੰ ਇਨਵੀਟੇਸ਼ਨ ਦਿੱਤਾ 17ਵੀਂ ਆਇਤ ਵਿੱਚ, ਹੁਣ ਭਰਾਵੋ ਮੈਂ ਜਾਣਦਾ ਹਾਂ ਕਿ ਤੁਸੀਂ ਅਤੇ ਤੁਹਾਡੇ ਨੇਤਾਵਾਂ ਨੇ ਇਹ ਕੰਮ ਅਣਜਾਣਪੁਣੇ ਵਿੱਚ ਕੀਤਾ। ਪਰਮੇਸ਼ਵਰ ਨੇ ਪਹਿਲੇ ਹੀ ਸਭ ਨਬੀਆਂ ਦੇ ਰਾਹੀਂ ਇਹ ਦੱਸ ਦਿੱਤਾ ਸੀ ਕਿ ਮਸੀਹ ਦੁੱਖ ਸਹੇਗਾ ਅਤੇ ਇਹ ਉਸਨੇ ਇਸ ਤਰ੍ਹਾਂ ਪੂਰਾ ਕੀਤਾ। ਆਇਤ 53 ਦੇ ਵਿੱਚ ਕਹਿੰਦੇ ਕਿ ਪਰਮੇਸ਼ਵਰ ਨੇ ਪਹਿਲਾਂ ਹੀ ਇਹ ਦੱਸ ਦਿੱਤਾ ਸੀਗਾ ਕਿ ਮਸੀਹ ਜਿਹੜਾ ਉਹ ਸਾਡੇ ਪਾਪਾਂ ਦੀ ਮਾਰ ਜਿਹੜੀ ਆ ਉਹ ਖਾਊਗਾ, ਦੁੱਖ ਸਹੂਗਾ। ਸੋ ਆਪਣੇ ਬੁਰੇ ਕੰਮਾਂ ਨੂੰ ਛੱਡੋ ਅਤੇ ਪਰਮੇਸ਼ਵਰ ਵੱਲ ਮੁੜੋ ਕਿ ਉਹ ਤੁਹਾਡੇ ਪਾਪ ਮਿਟਾ ਦੇਵੇ। ਇਨਵੀਟੇਸ਼ਨ ਟੂ ਰਿਪੈਂਟ ਕਿ ਹਾਂ ਖੁਦਾਵੰਦ, ਅੱਜ ਅਸੀਂ ਆਪਣੇ ਪਾਪਾਂ ਤੋਂ ਤੌਬਾ ਕਰਦੇ ਹਾਂ। ਹਾਂ ਪਰਮੇਸ਼ਵਰ, ਸਾਨੂੰ ਸਾਡੇ ਪਾਪਾਂ ਤੋਂ ਮਾਫ ਕਰ। ਪਰਮੇਸ਼ਵਰ, ਅਸੀਂ ਉਹ ਗੁਨਾਹ ਕੀਤੇ ਆ, ਸਾਡੇ ਗੁਨਾਹਾਂ ਦੇ ਕਰਕੇ ਤੂੰ ਸਲੀਬ ਤੇ ਗਿਆ, ਸਾਨੂੰ ਮਾਫ ਕਰ ਕਿ ਅਸੀਂ ਹਮੇਸ਼ਾ ਤੋਂ ਹੁਣ ਤੇਰੇ ਲਈ ਜੀ ਸਕੀਏ। ਔਰ ਉਹ ਫਿਰ 20ਵੀਂ ਆਇਤ ਵਿੱਚ ਕਹਿੰਦੇ, ਜਿਸ ਤੋਂ ਫਿਰ ਤੁਹਾਨੂੰ ਸਰਜੀਤ ਹੋਣ ਦਾ ਸਮਾਂ ਪ੍ਰਭੂ ਤੋਂ ਮਿਲੇ ਅਤੇ ਉਹ ਤੁਹਾਡੇ ਲਈ ਪਹਿਲਾਂ ਨਿਯੁਕਤ ਮਸੀਹ ਅਰਥਾਤ ਯਿਸੂ ਨੂੰ ਕੱਲੇ। ਸੋ ਅਸੀਂ ਦੇਖਦੇ ਹਾਂ ਕਿ ਜਿਹੜੇ ਲੋਕ ਸੀਗੇ, ਇਹਨਾਂ ਨੇ ਨਾ ਸਿਰਫ ਯਿਸੂ ਮਸੀਹ ਦੇ ਬਾਰੇ ਸੁਣਿਆ ਚੇਲਿਆਂ ਤੋਂ, ਪਰ ਇਹਨਾਂ ਨੇ ਉਹ ਚਮਤਕਾਰ ਵੀ ਦੇਖਿਆ ਕਿ ਕਿਸ ਤਰ੍ਹਾਂ ਜਨਮ ਦਾ ਜਿਹੜਾ ਲੰਗਾ ਸੀਗਾ ਉਹ ਠੀਕ ਹੋ ਗਿਆ। ਔਰ ਸੇਮ ਟਾਈਮ ਅਸੀਂ ਦੇਖਿਆ ਸੀ ਕਿ ਪਵਿੱਤਰ ਆਤਮਾ ਜਿਹੜਾ ਉਹਨਾਂ ਦੇ ਮਨ ਦੇ ਉੱਪਰ ਕਨਵਿਕਸ਼ਨ ਲੈ ਕੇ ਆਉਂਦਾ ਪਿਆ। ਔਰ ਉਹਨਾਂ ਦੇ ਮਨਾਂ ਤੇ, ਜਦੋਂ ਅਸੀਂ ਸੈਕੰਡ ਚੈਪਟਰ 'ਚ ਪੜ੍ਹਿਆ ਸੀ ਕਿ ਉਹਨਾਂ ਦੇ ਮਨਾਂ ਤੇ ਬਹੁਤ ਅਸਰ ਹੋਇਆ ਤੇ ਉਹਨਾਂ ਨੇ ਪੁੱਛਿਆ ਕਿ ਹੁਣ ਅਸੀਂ ਕੀ ਕਰੀਏ। ਐਂਡ ਦ ਸੇਮ ਥਿੰਗ ਜਿਹੜਾ ਪਰਮੇਸ਼ਵਰ ਦਾ ਆਤਮਾ ਇੱਥੇ ਉਹਨਾਂ ਦੇ ਨਾਲ ਗੱਲਬਾਤ ਕਰ ਰਿਹਾ। ਔਰ ਪਤਰਸ ਦਾ ਤੁਸੀਂ ਫੋਕਸ ਦੇਖੋ, ਉਸਦਾ ਫੋਕਸ ਇਹ ਆ ਕਿ ਉਸਨੇ ਆਪਣੇ ਆਪ ਨੂੰ ਪਿੱਛੇ ਕਰਕੇ ਸਾਰਾ ਧਿਆਨ ਉਹਨਾਂ ਦਾ ਪ੍ਰਭੂ ਯਿਸੂ ਮਸੀਹ ਦੇ ਉੱਪਰ ਲਗਾ ਦਿੱਤਾ। ਜਦ ਕਿ ਅੱਜ ਅਸੀਂ ਬਹੁਤ ਸਾਰੀਆਂ ਚਰਚਿਸ ਵਿੱਚ ਅਸੀਂ ਦੇਖਦੇ ਹਾਂ ਕਿ ਜਿਹੜਾ ਲੋਕਾਂ ਦਾ ਧਿਆਨ ਲੀਡਰਸ ਦੇ ਉੱਪਰ ਲੱਗਦਾ, ਔਰ ਲੀਡਰ ਇਸ ਗੱਲ ਦੀ ਕਦੇ ਗਿਲਾ ਸ਼ਿਕਵਾ ਵੀ ਨਹੀਂ ਕਰਦੇ, ਮਨਾਈ ਵੀ ਨਹੀਂ ਕਰਦੇ, ਬਲਕਿ ਖੁਸ਼ੀ ਦੇ ਨਾਲ ਉਹ ਆਪਣੇ ਗਲਾਂ ਦੇ ਵਿੱਚ ਹਾਰ ਵੀ ਪਵਾ ਲੈਂਦੇ ਆ। ਜਦ ਕਿ ਪਵਿੱਤਰ ਆਤਮਾ ਜਿਹੜਾ ਹੈਗਾ ਉਹ ਅਟੈਂਸ਼ਨ ਜਿਹੜੀ ਆ ਸਾਰੀ ਇੱਕ ਵਿਸ਼ਵਾਸੀ ਦੀ ਪ੍ਰਭੂ ਯਿਸੂ ਤੇ ਲੈ ਕੇ ਜਾਂਦਾ, ਜਿਸ ਤੋਂ ਮੁਕਤੀ ਮਿਲਦੀ ਆ। ਔਰ ਅਸੀਂ ਚੌਥੇ ਚੈਪਟਰ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਚੌਥੀ ਆਇਤ ਵਿੱਚ ਕਿ ਬਹੁਤ ਸਾਰੇ ਵਚਨ ਸੁਣਨ ਵਾਲਿਆਂ ਨੇ ਵਿਸ਼ਵਾਸ ਕੀਤਾ। ਉਹਨਾਂ ਦੀ ਗਿਣਤੀ ਕੋਈ 5000 ਤੱਕ ਸੀ। 5000 ਲੋਕ ਜਿਹੜੇ ਸੀਗੇ ਪਵਿੱਤਰ ਆਤਮਾ ਨੇ ਹੋਰ ਵਿੱਚ ਮਿਲਾ ਦਿੱਤੇ ਇਸ ਇੱਕ ਇਨਸਾਨ ਦੇ ਰਾਹੀਂ। ਔਰ ਪਤਰਸ ਤੇ ਯਹੂਨਾ ਦੀ ਫੇਥਫੁਲਨੈਸ ਦੇ ਰਾਹੀਂ ਕਿ ਨਹੀਂ, ਅਸੀਂ ਨਹੀਂ, ਯਿਸੂ ਨਾਮ ਆ, ਉਸਦੇ ਰਾਹੀਂ ਇਹ ਕੰਮ ਹੋਇਆ। ਉਸਦੇ ਰਾਹੀਂ ਇਹ ਜਿਹੜਾ ਵੱਡਾ ਕੰਮ ਜੋ ਤੁਸੀਂ ਆਪਣੀਆਂ ਅੱਖਾਂ ਨਾਲ ਦੇਖਦੇ ਪਏ ਆ, ਇਹ ਹੋਇਆ। ਪਰ ਅਸੀਂ ਇਹ ਵੀ ਦੇਖਦੇ ਹਾਂ ਕਿ ਉੱਥੇ ਕੁਝ ਲੋਕੀ ਸੀ ਜਿਨ੍ਹਾਂ ਨੇ ਮੰਦਿਰ ਦੇ ਪੁਰੋਹਿਤ, ਕਪਤਾਨ, ਸਦੂਕੀ, ਉਹਨਾਂ ਨੇ ਇਹਨਾਂ ਨੂੰ ਰੋਕਣਾ ਚਾਹਿਆ। ਔਰ ਕੀ ਇਹਨਾਂ ਨੂੰ ਹਦਾਇਤ ਕੀਤੀ ਕਿ ਤੁਸੀਂ ਯਿਸੂ ਦੇ ਨਾਮ ਦੇ ਵਿੱਚ ਅੱਜ ਤੋਂ ਬਾਅਦ ਕੋਈ ਐਸਾ ਕੰਮ ਨਹੀਂ ਕਰਨਾ। ਉੱਥੇ ਇਹ ਲੋਕ ਸੀ, ਪਰ ਅੱਜ ਸ਼ੈਤਾਨ ਜਿਹੜਾ ਪ੍ਰਭੂ ਦੇ ਲੋਕਾਂ ਦੇ ਮੂੰਹ ਦੇ ਵਿੱਚ ਯਿਸੂ ਨਾਮ ਜਿਹੜਾ ਨਿਕਲਣ ਨਹੀਂ ਦਿੰਦਾ। ਉਹ ਜਿੱਦਾਂ ਉਹਨਾਂ ਨੂੰ ਡਰ ਲੱਗਦਾ ਕਿ ਯਿਸੂ ਨਾਮ ਸ਼ੇਅਰ ਕਰਦੇ ਆ, ਪਰ ਪਰਮੇਸ਼ਵਰ ਚਾਹੁੰਦਾ ਕਿ ਅਸੀਂ ਯਿਸੂ ਨਾਮ ਓਪਨਲੀ ਸ਼ੇਅਰ ਕਰੀਏ। ਯਿਸੂ ਨਾਮ ਦੇ ਵਿੱਚ ਸ਼ਕਤੀ ਹੈ, ਯਿਸੂ ਨਾਮ ਦੇ ਵਿੱਚ ਤਾਕਤ ਆ। ਔਰ ਉਹੀ ਨਾਮ ਆ ਜਿਹੜਾ ਲੋਕਾਂ ਨੂੰ ਸਾਰੇ ਬੰਧਨਾਂ ਤੋਂ ਆਜ਼ਾਦ ਕਰਦਾ ਔਰ ਪਾਪਾਂ ਤੋਂ ਮਾਫ ਕਰਦਾ। ਔਰ ਮੈਂ ਤੁਹਾਡੇ ਨਾਲ ਵਚਨ ਦਾ ਇੱਕ ਛੋਟਾ ਜਿਹਾ ਹਿੱਸਾ ਹੋਰ ਦੇਖਣਾ, ਜਿੱਥੇ ਸੰਤ ਪੌਲ ਨੇ ਵੀ ਜਨਮ ਦੇ ਲੰਗੇ ਨੂੰ ਠੀਕ ਕੀਤਾ ਸੀ। ਮੇਰੇ ਨਾਲ ਚੇਲਿਆਂ ਦਾ ਕਰਤੱਵ, ਉਸਦਾ 14ਵਾਂ ਚੈਪਟਰ, ਐਕਟ ਚੈਪਟਰ 14। ਅਗਰ ਤੁਹਾਡੇ ਕੋਲ ਪੰਜਾਬੀ ਦੀ ਬਾਈਬਲ ਹੈਗੀ, ਪੇਜ 235, 235 ਪੇਜ, ਇਸੇ ਪੁਸਤਕ ਦੇ ਵਿੱਚ ਚੇਲਿਆਂ ਦੇ ਕਰਤੱਵ 14ਵਾਂ ਭਾਵ, ਉਸਦੀ 8 ਤੋਂ ਲੈ ਕੇ 18 ਆਇਤ ਮੈਂ
ਪੜੂੰਗਾ ਔਰ ਤੁਸੀਂ ਇਸ ਦੇ ਵਿੱਚੋਂ ਦੇਖੋਗੇ ਕਿ ਲੁਸਤਰਾ ਵਿੱਚ ਇੱਕ ਆਦਮੀ ਪੈਰਾਂ ਵਿੱਚ ਬਲ ਨਾ ਹੋਣ ਦੇ ਕਾਰਨ ਬੈਠਾ ਹੋਇਆ ਸੀ। ਉਹ ਜਨਮ ਤੋਂ ਹੀ ਲੰਗਾ ਸੀ। ਇੱਥੇ ਵੀ ਅਸੀਂ ਦੇਖਦੇ ਹਾਂ ਕਿ ਉਹ ਜਨਮ ਤੋਂ ਲੰਗਾ ਸੀ ਅਤੇ ਕਦੀ ਤੁਰਿਆ ਨਹੀਂ ਸੀ। ਉਹ ਪੌਲਸ ਦੇ ਵਚਨ ਸੁਣ ਰਿਹਾ ਸੀ। ਪੌਲਸ ਨੇ ਉਸ ਵੱਲ ਨੀਂਜ ਲਾ ਕੇ ਦੇਖਿਆ ਅਤੇ ਇਹ ਜਾਣ ਕੇ ਕਿ ਉਸ ਵਿੱਚ ਠੀਕ ਹੋਣ ਦੇ ਯੋਗ ਵਿਸ਼ਵਾਸ ਹੈ। ਰਿਮੈਂਬਰ ਅਸੀਂ ਪੜ੍ਹਿਆ ਸੀ, ਪਤਰਸ ਨੇ ਬੜੇ ਧਿਆਨ ਦੇ ਨਾਲ ਲੰਗੇ ਵੱਲ ਦੇਖਿਆ। ਔਰ ਇੱਥੇ ਵੀ ਅਸੀਂ ਪੜ੍ਹਦੇ ਹਾਂ ਕਿ ਪੌਲਸ ਨੇ ਬੜੇ ਧਿਆਨ ਨਾਲ ਉਹਦੇ ਵੱਲ ਦੇਖਿਆ ਤੇ ਇਹ ਪੌਲਸ ਦੇਖ ਗਿਆ ਕਿ ਉਸਦੇ ਵਿੱਚ ਠੀਕ ਹੋਣ ਯੋਗ ਦੇ ਵਿਸ਼ਵਾਸ ਹੈ। ਵਿਸ਼ਵਾਸ ਦਾ ਹੋਣਾ ਬਹੁਤ ਜ਼ਰੂਰੀ ਹੈ। ਵਿਸ਼ਵਾਸ ਦੇ ਨਾਲ ਹੀ ਅਸੀਂ ਪਰਮੇਸ਼ਵਰ ਦੀ ਸੰਤਾਨ ਬਣਦੇ ਹਾਂ। ਔਰ ਇਹ ਵਿਸ਼ਵਾਸ ਜਿਸ ਵੇਲੇ ਪਵਿੱਤਰ ਆਤਮਾ ਨੇ ਪੌਲਸ ਉੱਪਰ ਰਿਵੀਲ ਕੀਤਾ ਕਿ ਉਸ ਵਿੱਚ ਵਿਸ਼ਵਾਸ ਆ, ਤੇ ਪਰਮੇਸ਼ਵਰ ਉਹਨੇ ਦੇਖਿਆ, ਫਿਰ ਉਸਨੂੰ ਉੱਚੀ ਆਵਾਜ਼ ਨਾਲ ਕਿਹਾ ਆਪਣੇ ਪੈਰਾਂ ਤੇ ਸਿੱਧਾ ਖੜਾ ਹੋ ਜਾ। ਉਹ ਉੱਛਲ ਪਿਆ ਅਤੇ ਤੁਰਨ ਲੱਗ ਪਿਆ। ਪੌਲਸ ਦਾ ਇਹ ਕੰਮ ਦੇਖ ਕੇ ਭੀੜ ਲਕੂਨੀਆ ਭਾਸ਼ਾ ਵਿੱਚ ਉੱਚੀ ਆਵਾਜ਼ ਨਾਲ ਕਹਿਣ ਲੱਗੀ, ਦੇਵਤਾ ਲੋਕ ਮਨੁੱਖ ਦਾ ਰੂਪ ਧਾਰ ਕੇ ਸਾਡੇ ਵਿੱਚ ਆ ਗਏ ਹਨ। ਚਰਚ, ਕੀ ਇਹ ਚੀਜ਼ਾਂ ਅੱਜ ਹੀ ਹੁੰਦੀਆਂ? ਉਸ ਵੇਲੇ ਵੀ ਅਸੀਂ ਅਰਲੀ ਚਰਚ ਵਿੱਚ ਵੀ ਦੇਖਦੇ ਸੀ, ਲੋਕਾਂ ਨੇ ਚੇਲਿਆਂ ਨੂੰ ਉਹ ਜਗ੍ਹਾ ਦੇਣੀ ਚਾਹੀ, ਚੇਲਿਆਂ ਨੂੰ ਦੇਵਤੇ ਬਣਾਉਣਾ ਚਾਹਿਆ ਕਿ ਦੇਖੋ ਇਹਨਾਂ ਦੇ ਰਾਹੀਂ ਚਮਤਕਾਰ ਹੋ ਰਹੇ ਆ। ਔਰ ਅੱਜ ਵੀ ਉਹ ਚੀਜ਼ਾਂ ਹੁੰਦੀਆਂ, ਪਰ ਅਸੀਂ ਚੇਲਿਆਂ ਵਿੱਚ ਕੀ ਡਿਫਰੈਂਸ ਦੇਖਦੇ ਹਾਂ? ਅਸੀਂ ਪਤਰਸ ਵਿੱਚ ਕੀ ਫਰਕ ਦੇਖਿਆ? ਔਰ ਅਸੀਂ ਇੱਥੇ ਪੌਲਸ ਵਿੱਚ ਕੀ ਦੇਖਦੇ ਹਾਂ? ਉਹਨਾਂ ਨੇ ਬਰਨਾਬਾਸ ਨੂੰ ਜੀਸਸ ਦੇਵਤਾ ਕਿਹਾ ਤੇ ਪੌਲਸ ਨੂੰ ਹਰਮੇਸ ਦੇਵਤਾ। ਪੌਲਸ ਪ੍ਰਮੁੱਖ ਬੋਲਣ ਵਾਲਾ ਸੀ। ਜੀਸਸ ਦੇਵਤਾ ਦਾ ਪੁਜਾਰੀ ਵੀ, ਜਿਸ ਦਾ ਮੰਦਰ ਸ਼ਹਿਰ ਦੇ ਸਾਹਮਣੇ ਸੀ, ਭੀੜ ਦੇ ਨਾਲ ਮਿਲ ਕੇ ਬਲਦ ਅਤੇ ਫੁੱਲਾਂ ਦੇ ਹਾਰ ਫਾਟਕ ਤੇ ਲਿਆਇਆ। ਉਹ ਬਲੀਦਾਨ ਕਰਨਾ ਚਾਹੁੰਦੇ ਸਨ। ਉਹਨਾਂ ਨੂੰ ਦੇਵਤਾ ਬਣਾ ਕੇ ਉਹਨਾਂ ਦੇ ਅੱਗੇ ਬਲੀ ਚੜਾਉਣਾ ਮੰਗਦੇ ਸੀਗੇ। ਪਰ ਜਦੋਂ ਪ੍ਰਮੁੱਖ ਚੇਲਿਆਂ ਅਰਥਾਤ ਬਰਨਾਬਾਸ ਅਤੇ ਪੌਲਸ ਨੇ ਸੁਣਿਆ ਤਾਂ ਉਹਨਾਂ ਨੇ ਆਪਣੇ ਕੱਪੜੇ ਪਾੜ ਸੁੱਟੇ ਅਤੇ ਭੀੜ ਵਿੱਚ ਕੁੱਦ ਪਏ ਅਤੇ ਉੱਚੀ ਆਵਾਜ਼ ਨਾਲ ਪੁਕਾਰ ਕੇ ਕਹਿਣ ਲੱਗੇ, ਤੁਸੀਂ ਲੋਕੀ ਇਹ ਕੀ ਕਰ ਰਹੇ ਹੋ? ਅਸੀਂ ਵੀ ਤੁਹਾਡੇ ਵਰਗੇ ਦੁੱਖ ਸੁੱਖ ਦੇ ਭੋਗੀ ਮਨੁੱਖ ਹਾਂ। ਅਸੀਂ ਤੁਹਾਨੂੰ ਸਭ ਸਮਾਚਾਰ ਦਿੰਦੇ ਹਾਂ ਕਿ ਇਹਨਾਂ ਵਿਅਰਥ ਚੀਜ਼ਾਂ ਤੋਂ ਮੂੰਹ ਮੋੜੋ ਅਤੇ ਜਿਉਂਦੇ ਪਰਮੇਸ਼ਵਰ ਤੇ ਵਿਸ਼ਵਾਸ ਕਰੋ, ਜੋ ਆਕਾਸ਼ ਅਤੇ ਧਰਤੀ, ਜੋ ਸਭ ਕੁਝ ਉਸ ਵਿੱਚ ਹੈ, ਸਭ ਨੂੰ ਬਣਾਉਣ ਵਾਲਾ ਹੈ। ਪੌਲਸ ਨੇ ਕਿੱਥੇ ਧਿਆਨ ਉਹਨਾਂ ਦਾ ਲੈ ਕੇ ਆਂਦਾ? ਪ੍ਰਭੂ ਦੇ ਵੱਲ, ਜੋ ਮਾਫੀ ਦੇਣ ਵਾਲਾ ਪਰਮੇਸ਼ਵਰ ਆ, ਜਿਸ ਨੇ ਸੰਸਾਰ ਨੂੰ ਰਚਿਆ, ਜਿਸ ਨੇ ਆਪਣਾ ਇਕਲੌਤਾ ਬੇਟਾ ਸਾਡੇ ਲਈ ਘੱਲਿਆ। ਚਰਚ, ਇਹ ਨਾਮ ਸਿਰਫ ਲੀਡਰਸ ਨੂੰ ਨਹੀਂ ਦਿੱਤਾ ਗਿਆ, ਇਹ ਨਾਮ ਸਿਰਫ ਪਾਸਵਾਨਾਂ ਨੂੰ ਨਹੀਂ ਦਿੱਤਾ ਗਿਆ, ਇਹ ਨਾਮ ਸਾਡੇ ਸਭ ਦੇ ਕੋਲੇ ਆ। ਅਸੀਂ ਸਭ ਪਰਮੇਸ਼ਵਰ ਦੇ ਚੁਣੇ ਹੋਏ। ਉਸਨੇ ਸਾਨੂੰ ਕੱਲੇ ਕੱਲੇ ਨੂੰ ਨਾਮ ਲੈ ਕੇ ਪੁਕਾਰ ਕੇ ਕਿਹਾ, ਬੇਟੀ ਤੂੰ ਮੇਰੀ ਆ, ਬੇਟਾ ਤੂੰ ਮੇਰਾ। ਔਰ ਇਹ ਨਾਮ ਪ੍ਰਭੂ ਨੇ ਇਸ ਲਈ ਦਿੱਤਾ ਕਿ ਹੁਣ ਅਸੀਂ ਆਪਣੇ ਨਾਲ ਦੇ ਲੋਕਾਂ ਨੂੰ ਉਹ ਨਾਮ ਦਸੀਏ। ਕੱਲ ਮੇਰੀ ਭੈਣ ਗੁਰਸ਼ਰਨ ਦੇ ਨਾਲ ਗੱਲ ਹੋ ਰਹੀ ਸੀ ਔਰ ਮੈਂ ਉਸਨੂੰ ਕਹਿ ਰਿਹਾ ਸੀ ਕਿ ਸਿਸਟਰ ਜੀ, ਮੈਂ ਪ੍ਰਭੂ ਦਾ ਬੜਾ ਸ਼ੁਕਰ ਕਰਦਾ ਕਿ ਸਾਡੀ ਭੈਣ ਸੁੱਖੀ ਨੇ ਪ੍ਰਭੂ ਜੀ ਜਿਸ ਵੇਲੇ ਉਹਨੂੰ ਮੌਕਾ ਮਿਲਿਆ ਝੱਟ ਦੇਣੇ ਇਹ ਨਾਮ ਤੁਹਾਡੇ ਨਾਲ ਸ਼ੇਅਰ ਕੀਤਾ ਔਰ ਪ੍ਰਭੂ ਨੇ ਤੁਹਾਨੂੰ ਵਿਸ਼ਵਾਸ ਦਿੱਤਾ ਔਰ ਤੁਸੀਂ ਈਮਾਨ ਲੈ ਕੇ ਆਏ ਔਰ ਤੁਹਾਡਾ ਜੀਵਨ ਬਦਲਿਆ। ਪਰਮੇਸ਼ਵਰ ਸਾਨੂੰ ਹਰ ਇੱਕ ਨੂੰ ਚਾਹੁੰਦਾ। ਪਿਛਲੇ ਹਫ਼ਤੇ ਅਸੀਂ ਭਰਾ ਮਾਂਗੇ ਦੀ ਗਵਾਹੀ ਸੁਣੀ। ਉਹ ਜਿੱਥੇ ਮੌਕਾ ਲੱਗਦਾ ਉਹ ਝੱਟ ਦੇਣੇ ਪ੍ਰਭੂ ਦਾ ਨਾਮ ਸ਼ੇਅਰ ਕਰਦਾ ਔਰ ਨਾਲ ਉਹਨਾਂ ਨੂੰ ਟਰੈਕਸ ਜਾਂ ਬਾਈਬਲ ਜਿਹੜੀ ਹੈਗੀ ਦਿੰਦਾ। ਔਰ ਤੁਸੀਂ ਬਹੁਤੇ ਜਿਹੜੇ ਆ ਇਹ ਕਰਦੇ ਪਏ, ਪਰ ਜਿਹੜੇ ਨਹੀਂ ਕਰਦੇ ਪਏ, ਮੈਂ ਤੁਹਾਨੂੰ ਇਨਕਰੇਜ ਕਰਦਾ ਕਿ ਸ਼ਰਮਾਓ ਨਾ। ਪ੍ਰਭੂ ਨੇ ਇਹ ਚਾਹਿਆ ਕਿ ਉਹ ਯਿਸੂ ਜਿਸ ਨੂੰ ਤੁਸੀਂ ਚੱਖਿਆ, ਜਿਸ ਦੇ ਨਾਲ ਤੁਹਾਡਾ ਜੀਵਨ ਬਦਲਿਆ, ਇਹ ਹੁਣ ਦੂਸਰੇ ਜਿਹੜੇ ਲੋਕ ਬੇਉਮੀਦ ਆ, ਉਹ ਇਨਸਾਨ ਬੇਉਮੀਦਾ ਸੀ, ਲੰਗਾ ਬੇਉਮੀਦਾ ਸੀ, ਔਰ ਜਿਨ੍ਹਾਂ ਦੇ ਕੋਲੇ ਉਮੀਦ ਆ ਉਹ ਉਸ ਜਿਉਂਦੀ ਉਮੀਦ ਨੂੰ ਉਸਦੇ ਕੋਲੇ ਲੈ ਕੇ ਗਏ। ਔਰ ਇਹ ਜਿਸ ਵੇਲੇ ਇਨਸਾਨ ਪ੍ਰਭੂ ਦੇ ਕੋਲੇ ਆਉਂਦੇ ਆ, ਜਿਸ ਵੇਲੇ ਪ੍ਰਭੂ ਚਮਤਕਾਰ ਕਰਦਾ, ਔਰ ਇਹ ਯਾਦ ਰੱਖਿਓ ਕਿ ਹਮੇਸ਼ਾ ਜਿਹੜਾ ਲੋਕਾਂ ਦਾ ਫੋਕਸ ਹੁੰਦਾ ਉਹ ਪ੍ਰਭੂ ਤੋਂ ਹਟ ਜਾਂਦਾ ਔਰ ਤੁਹਾਡੇ ਤੇ ਲੱਗ ਜਾਂਦਾ।
ਪਰ ਸਾਡੇ ਲਈ ਇਹ ਬਹੁਤ ਜ਼ਰੂਰੀ ਆ। ਜਿਸ ਵੇਲੇ ਮੈਂ ਆਪਣੇ ਭੈਣਾਂ ਭਰਾਵਾਂ ਲਈ ਦੁਆ ਕਰਦਾ, ਕੋਈ ਕਹਿਣਗੇ ਪਾਸਟਰ ਜੀ ਤੁਸੀਂ ਦੁਆ ਕੀਤੀ, ਮੈਂ ਉਸੇ ਵੇਲੇ ਠੀਕ ਹੋ ਗਈ। ਮੈਂ ਕਹਿੰਦਾ ਨਹੀਂ ਮੇਰੀ ਭੈਣ, ਕਦੇ ਨਹੀਂ ਇਹ ਗੱਲ ਕਹਿਣੀ। ਜਦੋਂ ਤੁਸੀਂ ਸ਼ੁਕਰਗੁਜ਼ਾਰੀ ਕਹਿਣੀ, ਕਦੇ ਨਹੀਂ ਕਹਿਣਾ ਪਾਸਟਰ ਜੀ ਨੇ ਦੁਆ ਕੀਤੀ ਸੀ ਮੈਂ ਠੀਕ ਹੋ ਗਈ। ਤੁਸੀਂ ਕਹੋ ਕਿ ਮੇਰੇ ਪ੍ਰਭੂ ਯਿਸੂ ਨੇ ਸਾਡੀਆਂ ਦੁਆਵਾਂ ਨੂੰ ਸੁਣਿਆ ਤੇ ਠੀਕ ਕਰ ਦਿੱਤਾ। All the glory goes to him, ਜਿਹਦੇ ਨਾਮ ਦੇ ਵਿੱਚ ਚੰਗੇ ਹੋਏ ਆ, ਜਿਸ ਦੇ ਨਾਮ ਦੇ ਵਿੱਚ ਸ਼ਿਫਾ ਮਿਲੀ ਆ, ਔਰ ਉਸਦੇ ਨਾਮ ਦੇ ਵਿੱਚ ਹੀ ਲੋਕਾਂ ਨੂੰ ਮੁਕਤੀ ਮਿਲਣੀ ਆ। ਪਾਸਟਰ ਜੀ ਦੇ ਨਾਮ ਦੇ ਵਿੱਚ ਮੁਕਤੀ ਨਹੀਂ ਮਿਲਣੀ। ਪਾਸਟਰ ਜੀ ਦੇ ਪਿੱਛੇ ਲੋਕ ਲੱਗਣਗੇ, ਪਾਸਟਰ ਜੀ ਨਹੀਂ ਬਚਾ ਸਕਣਗੇ, ਲੀਡਰ ਨਹੀਂ ਬਚਾ ਸਕਣਗੇ। ਪਰ ਪਵਿੱਤਰ ਆਤਮਾ ਜਿਹੜਾ ਸੱਚਮੁੱਚ ਅਗਰ ਕੰਮ ਕਰਦਾ, ਤਾਂ ਉਹ ਜਿਹੜੇ ਪ੍ਰਭੂ ਦੇ ਵਿੱਚ ਲੋਕ ਆਉਂਦੇ ਆ, ਉਹਨਾਂ ਨੂੰ ਲੀਡਰਸ ਦੇ ਮਗਰ ਨਹੀਂ ਚੱਲਣ ਦਿੰਦਾ। ਉਹ ਉਹਨਾਂ ਦੇ ਉੱਪਰ ਯਿਸੂ ਨੂੰ ਰਿਵੀਲ ਕਰਦਾ, ਉਹ ਨਾਮ ਨੂੰ ਰਿਵੀਲ ਕਰਦਾ ਜੋ ਸਾਰਿਆਂ ਤੋਂ ਉੱਚਾ ਨਾਮ ਆ। ਸੋ ਚਰਚ, ਅੱਜ ਤੁਸੀਂ ਉਹ ਯਿਸੂ ਨਾਮ ਨਾਲ ਕੀ ਕਰਦੇ ਪਏ? ਕੀ ਤੁਹਾਨੂੰ ਵਿਸ਼ਵਾਸ ਆ ਕਿ ਉਹ ਯਿਸੂ ਨਾਮ ਜਿਹੜਾ ਹੈਗਾ ਉਹ ਸਾਰਿਆਂ ਰੋਗਾਂ ਤੋਂ ਸ਼ਿਫਾ ਦਿੰਦਾ? ਜਿਹੜੀਆਂ ਬੁਰੀਆਂ ਰੂਹਾਂ ਉਹ ਵੀ ਉਸ ਨਾਮ ਨੂੰ ਪਹਿਚਾਨਦੀਆਂ ਔਰ ਥਰ ਥਰ ਕੰਬਦੀਆਂ। ਉਹ ਨਾਮ ਖੁਦਾ ਨੇ ਤੁਹਾਨੂੰ ਦਿੱਤਾ ਕਿ ਉਹ ਨਾਮ ਤੁਸੀਂ ਦੂਜਿਆਂ ਨਾਲ ਸ਼ੇਅਰ ਕਰੋ। ਅੱਜ ਸੰਸਾਰ ਅਸੀਂ ਦੇਖਦੇ ਹਾਂ ਬਹੁਤ ਜ਼ਿਆਦਾ ਬੇਉਮੀਦੀ ਵਿੱਚ ਆ। ਅਗਰ ਅੱਜ ਸਾਡੇ ਕੋਲੇ ਕਰੋਨਾ ਵਾਇਰਸ ਦੀ ਐਂਟੀਡੋਸ ਆ ਜਾਵੇ ਤਾਂ ਅਸੀਂ ਕੀ ਕਰਾਂਗੇ? ਅਸੀਂ ਚੁੱਪ ਕਰਕੇ ਬੈਠਾਂਗੇ, ਉਸਨੂੰ ਆਪਣੇ ਕੋਲ ਰੱਖ ਕੇ ਬੈਠਾਂਗੇ? ਜਿੰਨੇ ਮਰੀਜ਼ ਤੜਫਦੇ ਪਏ ਆ, ਅਸੀਂ ਝੱਟ ਦੇਣੇ ਚਾਹਾਂਗੇ ਕਿ ਉਹ ਸਾਰੇ ਮਰੀਜ਼ਾਂ ਕੋਲੇ ਪਹੁੰਚ ਜਾਵੇ ਔਰ ਉਹ ਬਚ ਜਾਣ। ਔਰ ਉਸ ਤੋਂ ਕਈ ਬੁਰੀ ਹਾਲਤ ਜਿਹੜੀ ਅੱਜ ਸੰਸਾਰ ਦੀ ਹੈਗੀ ਆ, ਜਿਹੜੇ ਪ੍ਰਭੂ ਨੂੰ ਜਾਣਦੇ ਨਹੀਂ, ਪ੍ਰਭੂ ਦੇ ਹੁਕਮਾਂ ਨੂੰ ਜਾਣਦੇ ਨਹੀਂ, ਔਰ ਉਹ ਪਾਪ ਦੀ ਜ਼ਿੰਦਗੀ ਦੇ ਵਿੱਚ ਬਿਲਕੁਲ ਬੇਉਮੀਦੀ ਨਾਲ ਈਵਨ ਆਤਮ ਹੱਤਿਆ ਕਰਦੇ ਪਏ ਆ ਲੋਕ। ਪਰ ਸਾਡੇ ਕੋਲੇ ਉਹ ਨਾਮ ਆ ਜੋ ਜੀਵਨ ਹੀ ਨਹੀਂ ਦਿੰਦਾ ਬਲਕਿ ਜੀਵਨ ਬਦਲ ਦਿੰਦਾ। ਚੇਲਿਆਂ ਦੇ ਉੱਪਰ ਉਹਨਾਂ ਨੇ ਬਹੁਤ ਜ਼ੋਰ ਪਾਇਆ ਕਿ ਤੁਸੀਂ ਇਸ ਨਾਮ ਦੀ ਚਰਚਾ ਨਾ ਕਰੋ, ਪਰ ਚੇਲਿਆਂ ਨੇ ਉਹਨਾਂ ਨੂੰ ਕਿਹਾ, ਚੌਥੇ ਚੈਪਟਰ ਦੀ 19 ਆਇਤ ਵਿੱਚ, ਕਿ ਸਾਡੇ ਲਈ ਕੀ ਠੀਕ ਹੋਵੇਗਾ, ਕਿ ਅਸੀਂ ਤੁਹਾਡੀ ਗੱਲ ਮੰਨੀਏ ਕਿ ਅਸੀਂ ਪਰਮੇਸ਼ਵਰ ਦੀ ਗੱਲ ਮੰਨੀਏ। ਪਰ ਮੈਂ ਅੱਜ ਤੁਹਾਨੂੰ ਸਭ ਨੂੰ ਇਨਕਰੇਜ ਕਰਦਾ ਕਿ ਪਰਮੇਸ਼ਵਰ ਦੀ ਆਵਾਜ਼ ਨੂੰ ਸੁਣੋ, ਔਰ ਇਸ ਬੇਉਮੀਦੇ ਸੰਸਾਰ ਦੇ ਵਿੱਚ ਉਹ ਨਾਮ ਜੋ ਸਾਰਿਆਂ ਨਾਮਾਂ ਤੋਂ ਉੱਚਾ, ਜੋ ਤੁਹਾਡੇ ਕੋਲੇ ਆ, ਜੋ ਮੇਰੇ ਕੋਲੇ ਆ, ਜਿਸ ਨੇ ਤੁਹਾਡਾ ਔਰ ਮੇਰਾ ਜੀਵਨ ਬਦਲਿਆ, ਅਸੀਂ ਆਪਣੇ ਭੈਣਾਂ ਭਰਾਵਾਂ ਦੇ ਨਾਲ ਸਾਂਝਾ ਕਰੀਏ। ਔਰ ਇਹ ਵੀ ਦੁਆ ਕਰੀਏ ਸੇਮ ਟਾਈਮ ਕਿ ਪਵਿੱਤਰ ਆਤਮਾ ਸਭ ਨੂੰ ਯਿਸੂ ਦੇ ਚਰਨਾਂ 'ਚ ਲੈ ਕੇ ਜਾਵੇ। ਅੱਜ ਜਿਹੜੇ ਪਾਸਟਰਸ, ਲੀਡਰਸ ਆ, ਉਹ ਯਿਸੂ ਮਸੀਹ ਦੀ ਜਗ੍ਹਾ ਨਾ ਲੈ ਸਕਣ। ਅੱਜ ਉਹ ਇਹ ਨਾ ਕਹਿ ਸਕਣ ਕਿ ਨਹੀਂ ਜੀ, ਸਾਡੇ ਲਈ ਤਾਂ ਸਾਡੇ ਇਹੀ ਪ੍ਰਭੂ ਆ, ਸਾਡੇ ਇਹੀ ਸਭ ਕੁਛ ਆ। ਨਹੀਂ, ਆਖਿਰ ਵਿੱਚ ਅਸੀਂ ਇੱਕ ਭਜਨ ਸੁਣਾਂਗੇ, पवित्र आत्मा मुझे ले जा यीशु के चरणों में, पवित्र आत्मा। आओ ਅਸੀਂ ਆਪਣੇ ਮਨਾਂ ਨੂੰ ਝੁਕਾਈਏ ਔਰ ਪ੍ਰਭੂ ਤੋਂ ਤਾਕਤ ਮੰਗੀਏ। ਪਤਰਸ ਆਤਮਾ ਦੇ ਨਾਲ ਭਰ ਕੇ, ਅਸਾਧਾਰਨ ਮਨੁੱਖ ਆਤਮਾ ਦੇ ਨਾਲ ਭਰ ਕੇ ਉਹ ਸ਼ਬਦ ਬੋਲਦਾ ਪਿਆ ਔਰ 5000 ਲੋਕ ਪ੍ਰਭੂ ਕੋਲੇ ਆਏ। ਔਰ ਇਸੇ ਤਰ੍ਹਾਂ ਅਸੀਂ ਦੁਆ ਕਰੀਏ ਕਿ ਪ੍ਰਭੂ ਜੀ ਇਸੇ ਤਰ੍ਹਾਂ ਤੂੰ ਸਾਨੂੰ ਯੂਜ਼ ਕਰ। ਔਰ ਖੁਦਾਵੰਦ, ਅਸੀਂ ਕਦੇ ਜਦੋਂ ਤੂੰ ਯੂਜ਼ ਕਰੇ ਪ੍ਰਾਊਡਡ ਨਾ ਹੋਈਏ, ਅਸੀਂ ਵੀ ਚੇਲਿਆਂ ਦੀ ਤਰ੍ਹਾਂ ਧਿਆਨ ਲੋਕਾਂ ਦਾ ਤੇਰੀ ਤਰਫ ਲਗਾ ਸਕੀਏ, ਨਾ ਕਿ ਆਪਣੀ ਤਰਫ। आओ प्रभु का भजन सुनिए, है पवित्र आत्मा मुझे ले जा यीशु के चरणों में, पवित्र आत्मा।